ਪੰਕਜ ਬੰਦਨ ਪਗ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਸ਼੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਬਿਗਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਿਸ਼ਾਨੀ ਛੰਦ। ਸੁਨ ਕੋਠੇ ਕੋ ਨਰ ਗਇਓ ਨਹਿ ਬਿਲਮ ਲਗਾਈ ਬੈਠਿਓ ਕਰਤ ਪ੍ਰਤੀਖਨਾ ਮਿਲ ਸਕਲ ਸੁਨਾਈ। ਸੁਨ ਕੋਠੇ ਕੋ ਨਰ ਗਇਓ ਨਹਿ ਬਿਲਮ ਲਗਾਈ। ਫਿਰ ਪੜੋ। ਸੁਨ ਕੋਠੇ ਕੋ ਨਰ ਗਇਓ ਨਹਿ ਬਿਲਮ ਲਗਾਈ ਬੈਠਿਓ ਕਰਤ ਪ੍ਰਤੀਖਨਾ ਮਿਲ ਸਕਲ ਸੁਨਾਈ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪਰਤਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਵਰੂਪ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੇ ਉੱਤੇ ਕਿਰਪਾ ਕਰਨ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਧੰਨ ਧੰਨ ਸਤਿਗੁਰੂ ਜੀ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜੋ ਗੱਜ ਕੇ ਉਚਾਰਨ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸੰਗਤ ਜੀ ਆਪ ਜੀ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੀ ਹਾਜ਼ਰੀ ਵਿੱਚ ਜੁੜ ਕੇ ਬੈਠੇ ਹੋ। ਗੁਰਬਾਣੀ ਜੀ ਦਾ
ਪਾਠ ਆਪ ਜੀ ਨੇ ਸਰਵਣ ਕੀਤਾ। ਮੁਖ ਵਾਕ ਇਹੋ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ। ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉ ਧਨ ਸੇਜੈ ਜਾਏ। ਇਹ ਮੁਖ ਵਾਕ ਪਾਠ ਆਪ ਜੀ ਨੇ ਸਰਵਣ ਕੀਤਾ। ਕੁਝ ਸਮਾਂ ਗੁਰੂ ਘਰ ਦਾ ਮਹਾਨ ਪਵਿੱਤਰ ਇਤਿਹਾਸ ਆਪਾਂ ਸਾਰਿਆਂ ਨੇ ਸਰਵਣ ਕਰਨਾ ਹੈ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਆਪ ਜੀ ਨੇ ਪ੍ਰਸੰਗ ਸਰਵਣ ਕੀਤਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਗੁਣ ਜੀ। ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਮਹਾਰਾਜ ਦੇ ਬੜੇ ਹੀ ਗੁਣ ਲਿਖੇ ਜੀ, ਬੜੇ ਹੀ ਗੁਣ ਲਿਖੇ। ਉਹ ਆਪ ਜੀ ਨੇ ਸਾਰੇ ਸੁਣੇ। ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਬਹੁਤ ਵੱਡੇ ਧੀਰਜ ਧਾਰੀ ਹਨ ਜੀ। ਧੀਰਜ ਕਹਿੰਦੇ ਹੌਸਲੇ ਨੂੰ ਜੀ। ਮਹਾਰਾਜ ਬਹੁਤ ਵੱਡੇ ਧੀਰਜ ਧਾਰੀ ਹਨ। ਧਰਮ ਦੀ ਧੁਜਾ ਹਨ ਗੁਰੂ ਅਰਜਨ ਦੇਵ ਸਾਹਿਬ ਜੀ। ਜਿਹੜਾ ਵੀ ਮਹਾਰਾਜ ਜੀ ਦੇ ਦਰਸ਼ਨ ਕਰਦਾ ਹੈ ਉਹਦੇ ਅੰਦਰ ਸ਼ਾਂਤੀ ਵਰਤ ਜਾਂਦੀ ਹੈ ਜੀ। ਬਹੁਤ ਸਿੱਖੀ ਦਾ, ਭਗਤੀ ਦਾ ਮਹਾਰਾਜ ਜੀ ਨੇ ਦਾਨ ਦਿੱਤਾ ਸਿੱਖ ਸੰਗਤਾਂ ਨੂੰ। ਤੁਸੀਂ ਸੁਣਿਆ ਕੱਲ, ਜਿਹੜਾ ਗੁਰੂ ਅਰਜਨ ਦੇਵ ਜੀ ਦਾ ਸਿੱਖ ਬਣਦਾ ਹੈ ਉਹ ਰਿੱਧੀਆਂ ਸਿੱਧੀਆਂ ਤੇ ਬਖਸ਼ਿਸ਼ਾਂ ਵਾਲਾ ਬਣ ਜਾਂਦਾ ਹੈ ਜੀ। ਬੜੇ ਬੜੇ ਸਿੱਖ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਏ ਤੇ ਬਖਸ਼ਿਸ਼ਾਂ ਵਾਲੇ ਬਣ ਗਏ ਜੀ। ਕਈਆਂ ਨੂੰ ਬ੍ਰਹਮ ਗਿਆਨ ਦੀ ਦਾਤ ਸੱਚੇ ਪਾਤਸ਼ਾਹ ਜੀ ਨੇ ਦਿੱਤੀ। ਭਾਈ ਸੰਤੋਖ ਸਿੰਘ ਜੀ ਕਹਿੰਦੇ ਆ, ਬੇਮੁਖਤਾ, ਫਿਰ ਸੰਸ਼ੇ ਤੇ ਭਰਮ ਇਹ ਬੰਦੇ ਨੂੰ ਟਿਕਣ ਨਹੀਂ ਦਿੰਦੇ ਜੀ। ਧਾਰਮਿਕ ਰਸਤੇ ਉੱਤੇ ਨਾਮ ਜਪਣ ਵਾਲਾ ਬੰਦਾ ਸੰਸ਼ਿਆਂ ਦਾ ਸ਼ਿਕਾਰ ਹੋ ਜਾਵੇ ਤੇ ਭਗਤੀ ਜਿਹੜੀ ਕੀਤੀ ਹੋਈ ਨਾ ਜੀ ਉਹ ਵਿਅਰਥ ਹੋਣ ਲੱਗ ਪੈਂਦੀ ਹੈ ਜੀ। ਸਿਆਣੇ ਗੁਰਮੁਖ ਮਹਾਂਪੁਰਖ ਇਹ ਦੱਸਦੇ ਆ, ਕਹਿੰਦੇ ਆ ਭਾਈ ਸ਼ਰਧਾ ਬਹੁਤ ਹੋਵੇ ਜੀ, ਸੰਸਾ ਇੱਕ ਹੀ ਵੜ ਜੇ ਨਾ ਜੀ, ਉਹ ਸ਼ਰਧਾ ਖਤਮ ਕਰ ਦਿੰਦਾ ਜੀ। ਜਿਵੇਂ ਦੁੱਧ ਤੇ ਬਹੁਤ ਜ਼ਿਆਦਾ ਹੋਵੇ, ਮਣਾ ਮੂੰਹ ਦੁੱਧ ਹੋਵੇ ਜੀ, ਕਈ ਮਣ ਦੁੱਧ ਹੋਵੇ, ਕਾਂਜੀ ਦੀ ਛਿੱਟ ਪਾ ਦਿਓ ਸਾਰਾ ਦੁੱਧ ਖਰਾਬ ਹੋ ਜਾਂਦਾ ਜੀ। ਇਸੇ ਤਰ੍ਹਾਂ ਸ਼ਰਧਾ ਤੇ ਬਹੁਤ ਹੋਵੇ ਜੀ ਤੇ ਸੰਸਾ ਜਦੋਂ ਅੰਦਰ ਆ ਗਿਆ ਨਾ ਜੀ ਤੇ ਉਹ ਅੰਦਰ ਨੂੰ ਮਲੀਨ ਕਰ ਦਿੰਦਾ ਜੀ। ਸਹਸਾ ਜਿਉ ਮਲੀਨ ਹੈ, ਸਹਸਾ ਜਿਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਫਿਰ ਬੇਮੁਖਤਾਈ ਜੀ। ਤੇ ਤੀਸਰੀ ਗੱਲ ਤੁਸੀਂ ਸੁਣੀ, ਭਰਮ ਜੀ। ਇਹ ਕਹਿੰਦੇ ਬੰਦੇ ਦੇ ਅੰਦਰ ਨਾ ਜੀ, ਜਿਵੇਂ ਕੋਈ ਰੁੱਖ ਲੱਗਾ ਹੋਵੇ ਉਹਨੂੰ ਪੁੱਟਣਾ ਔਖਾ ਹੁੰਦਾ ਹੈ, ਇਸੇ ਤਰ੍ਹਾਂ ਬੰਦੇ ਦੇ ਅੰਦਰ ਇਹਨਾਂ ਚੀਜ਼ਾਂ ਦੇ ਰੁੱਖ ਲੱਗੇ ਹੋਏ ਨੇ ਜੀ। ਭਰਮ, ਸੰਸ਼ੇ, ਬੇਮੁਖਤਾਈ ਦੇ। ਗੁਰੂ ਅਰਜਨ ਦੇਵ ਜੀ ਦੇ ਜਿਹੜਾ ਦਰਸ਼ਨ ਕਰਦਾ ਹੈ, ਜਿਹਦੇ ਤੇ ਗੁਰੂ ਅਰਜਨ ਦੇਵ ਜੀ ਮਿਹਰ ਕਰਦੇ ਆ, ਉਹਦੇ ਅੰਦਰੋਂ ਇਹ ਰੁੱਖ ਪੁੱਟੇ ਜਾਂਦੇ ਨੇ ਜੀ। ਇੱਕ ਹੋਰ ਬੜਾ ਵੱਡਾ ਰੁੱਖ ਹੈ, ਉਹਦਾ ਨਾਮ ਹੈ ਹੰਕਾਰ। ਇਹ ਵੀ ਰੁੱਖ ਪੁੱਟਿਆ ਜਾਂਦਾ ਕਿਹਦੇ ਅੰਦਰੋਂ? ਜਿਸ ਉੱਤੇ ਗੁਰੂ ਅਰਜਨ ਦੇਵ ਜੀ ਮਿਹਰ ਕਰਦੇ ਹਨ, ਕਿਰਪਾ ਕਰਦੇ ਹਨ, ਬਖਸ਼ਿਸ਼ ਕਰਦੇ ਹਨ। ਗੱਜ ਕੇ ਆਖੋ। ਸੋ ਸੰਗਤ ਜੀ, ਆਪ ਜੀ ਨੇ ਮਹਾਰਾਜ ਜੀ ਦੇ ਗੁਣ ਸੁਣੇ। ਅਖੀਰ ਤੇ ਕਵੀ ਸੰਤੋਖ ਸਿੰਘ ਜੀ ਕਹਿੰਦੇ, ਸੰਗਤ ਜੀ ਮੇਰੀ ਕੀ ਔਕਾਤ ਹੈ ਮੈਂ ਗੁਰੂ ਜੀ ਦੇ ਸਾਰੇ ਗੁਣ ਦੱਸ ਸਕਾਂ ਜੀ। ਬਾਣੀ ਵਿੱਚ ਵੀ ਗੱਲ ਮੁਕਾਈ ਮਹਾਰਾਜ ਨੇ, ਬੇਅੰਤਾ ਬੇਅੰਤ ਗੁਣ ਤੇਰੇ, ਕੇਤਕ ਗਾਵਾ ਰਾਮ। ਅੱਗੋਂ ਤੁਸੀਂ ਸਰਵਣ ਕੀਤਾ, ਜਿੱਥੇ ਗੁਰੂ ਜੀ ਦੇ ਬੇਅੰਤ ਗੁਣ ਨੇ, ਬਾਬਾ ਪ੍ਰਿਥੀਆ ਜੀ ਹਰ ਰੋਜ਼ ਗੁਰੂ ਜੀ ਦੇ ਗੁਣ ਸੁਣ ਸੁਣ ਕੇ ਤੇ ਈਰਖਾ ਵਿੱਚ ਆ ਜਾਂਦੇ ਜੀ। ਉਹਨਾਂ ਨੂੰ ਇਹ ਹੁੰਦਾ ਵੀ ਇਹਨਾਂ ਦੀਆਂ ਸਿਫਤਾਂ ਕਿਉਂ ਹੋ ਰਹੀਆਂ ਨੇ, ਇਹਨਾਂ ਦਾ ਇੰਨਾ ਜਸ ਕਿਉਂ ਹੋ ਰਿਹਾ। ਚੰਗੇ ਬਣਨ ਦਾ ਬਾਬਾ ਪ੍ਰਿਥੀਆ ਜੀ ਪੂਰਾ ਯਤਨ ਕਰਦੇ ਆ, ਪਰ ਚੇਤਾ ਰੱਖਿਓ ਉਹ ਜਿਹੜੀ ਈਰਖਾ ਅੰਦਰ ਵੜ ਗਈ ਨਾ ਜੀ, ਉਹ ਬਾਬਾ ਜੀ ਨੂੰ ਚੰਗੇ ਨਹੀਂ ਬਣਨ ਦੇਣ ਦਈ ਜੀ। ਬਾਬਾ ਜੀ ਆਪਣੇ ਘਰ 'ਚ ਬੈਠੇ ਤੇ ਬੀਬੀ ਕਰਮੋ, ਬਾਬਾ ਜੀ ਦੀ ਘਰ ਵਾਲੀ, ਉਹਨੇ ਆਖਿਆ ਵੀ ਤੁਸੀਂ ਚੰਦੂ ਨੂੰ ਚਿੱਠੀ ਲਿਖੋ। ਬਾਬਾ ਪ੍ਰਿਥੀਆ ਜੀ ਨੇ ਚੰਦੂ ਨੂੰ ਚਿੱਠੀ ਲਿਖੀ ਜੀ ਇੱਕ, ਵੀ ਚੰਦੂ ਤੇਰੀ ਵੀ ਗੁਰੂ ਅਰਜਨ ਦੇਵ ਜੀ ਨਾਲ ਦੁਸ਼ਮਣੀ ਹੈ, ਤੇ ਆਪਣੇ ਬਾਰੇ ਵੀ ਉਹਨੇ ਲਿਖਿਆ ਵੀ ਮੇਰਾ ਵੀ ਇਹੋ ਕੁਛ ਹੀ ਹੈ, ਤੇ ਤੂੰ ਬਾਦਸ਼ਾਹ ਨੂੰ ਕਹਿ ਕੇ ਕਿਸੇ ਤਰੀਕੇ ਦੇ ਨਾਲ ਗੁਰੂ ਜੀ ਨੂੰ
ਕਿਸੇ ਤਰੀਕੇ ਨਾਲ ਖਤਮ ਕਰਾ ਦੇ ਤੇ ਗੁਰਤਾ ਗੱਦੀ ਮੈਨੂੰ ਦਵਾ ਦੇ। ਚੇਤਾ ਰੱਖਿਓ, ਸਿਆਸੀ ਬੰਦੇ ਰਲ ਕੇ ਜੇ ਕਿਸੇ ਨੂੰ ਪਦਵੀ ਤੇ ਬਿਠਾਉਣਗੇ ਨਾ ਜੀ, ਤੇ ਸਮਝੋ ਵੀ ਉਹ ਮੂਰਖਤਾ ਹੀ ਹੋਏਗੀ ਜੀ। ਪਦਵੀਆਂ ਤੇ ਧੁਰੋਂ ਹੀ ਮਿਲਦੀਆਂ, ਰੱਬ ਦੀ ਮਿਹਰ ਨਾਲ ਮਿਲਦੀਆਂ ਜੀ। ਗੱਜ ਕੇ ਆਖੋ ਵਾਹਿਗੁਰੂ। ਚੰਦੂ ਨੇ ਚਿੱਠੀ ਪੜ੍ਹੀ ਜੀ। ਚਿੱਠੀ ਪੜ੍ਹ ਕੇ ਬਾਬੇ ਪ੍ਰਿਥੀਏ ਨੂੰ ਤਰਵਾਸਾ ਲਿਖ ਕੇ ਭੇਜਿਆ ਜੀ। ਫਿਰ ਚੰਦੂ ਨੇ ਜਹਾਂਗੀਰ ਨਾਲ ਗੱਲ ਕੀਤੀ ਜੀ। ਤੇ ਚੇਤਾ ਰੱਖਿਓ, ਆਪਣਾ ਪੱਖ ਸਹੀ ਸਾਬਤ ਕਰਨ ਵਾਸਤੇ ਬੰਦਾ ਬੜੀਆਂ ਹੀ ਗੱਲਾਂ ਬਣਾਉਂਦਾ ਜੀ। ਚੰਦੂ ਨੇ ਇੱਕ ਗੱਲ ਬਣਾਈ ਜੀ ਵੀ ਗੁਰੂ ਅਰਜਨ ਦੇਵ ਜੀ ਨੇ ਚੋਰ ਰੱਖੇ ਹੋਏ ਨੇ ਜੀ, ਚੋਰ ਰੱਖੇ ਹੋਏ ਆ। ਉਹ ਜਿਹੜੇ ਚੋਰ ਨੇ ਉਹ ਲੋਕਾਂ ਦੇ ਕੋਲੋਂ ਮਾਇਆ ਚੋਰੀ ਕਰਕੇ ਤੇ ਗੁਰੂ ਅਰਜਨ ਦੇਵ ਜੀ ਨੂੰ ਦਿੰਦੇ ਆ, ਜਿਹਦੇ ਕਰਕੇ ਉਹਨਾਂ ਐਡਾ ਵੱਡਾ ਦਰਬਾਰ ਸਾਹਿਬ ਬਣਾਇਆ ਹੈ। ਗੱਲ ਚੋਰਾਂ ਦੀ ਤਾਂ ਹੈ ਹੀ ਨਹੀਂ ਸੀਗੀ ਜੀ। ਗੱਲ ਕਿਹਦੀ ਸੀਗੀ ਜੀ? ਉਹ ਤੇ ਮਹਾਰਾਜ ਦੇ ਮੁਖੀ ਮਸੰਦ ਸਿੱਖ ਸਨ ਜੀ। ਸੰਗਤ ਮਾਇਆ ਦਿੰਦੀ ਸੀਗੀ, ਉਸ ਮਾਇਆ ਦੇ ਨਾਲ ਹਰਿਮੰਦਰ ਸਾਹਿਬ ਦੀ ਸੇਵਾ ਹੁੰਦੀ ਸੀਗੀ ਜੀ। ਪਰ ਚੇਤਾ ਰੱਖਿਓ, ਖੇਡ ਸਾਰੀ ਦ੍ਰਿਸ਼ਟੀ ਦੀ ਹੈਗੀ ਹੈ ਜੀ। ਜਦੋਂ ਕਿਸੇ ਨਾਲ ਈਰਖਾ ਹੋਵੇ, ਉਹ ਵਿਚਾਰਾ ਸਿੱਧਾ ਵੀ ਤੁਰੇ ਨਾ, ਈਰਖਾ ਵਾਲਾ ਕਹਿੰਦਾ ਵੇਖ ਪੁੱਠਾ ਤੁਰਨ ਦਿਆ ਕਹਿਣ ਲੱਗੇ। ਗੱਜ ਕੇ ਆਖੋ ਵਾਹਿਗੁਰੂ। ਵੇਖੋ ਕਿਸੇ ਵੱਲ ਮਾੜਾ ਜਿਹਾ ਟੇਢਾ ਦੇਖਿਆ ਜੀ, ਉਹ ਅਦਾ ਬਣ ਗਈ ਜੀ ਵੀ ਇਹਦੀ ਅਦਾ ਹੈ ਜੀ। ਤੇ ਜੇ ਕਿਤੇ ਨਫ਼ਰਤ ਹੋਵੇ ਤੇ ਉਹਦੇ ਵੱਲ ਟੇਢਾ ਵੇਖੇ ਤਾਂ ਉਹ ਮੌਤ ਦੀ ਘੰਟੀ ਹੋ ਜਾਂਦੀ ਜੀ ਵੀ ਹੁਣ ਇਹਨੂੰ ਮਾਰ ਸੁੱਟਣਾ, ਇਹਨੇ ਟੇਢਾ ਵੇਖਿਆ ਜੀ। ਅੰਦਰ ਦੇ ਖਿਆਲਾਂ ਦੀ ਖੇਡ ਹੈਗੀ ਜੀ ਸਾਰੀ ਜੀ। ਗੱਜ ਕੇ ਆਖੋ ਵਾਹਿਗੁਰੂ। ਉਹ ਮਹਾਰਾਜ ਸੱਚੇ ਪਾਤਸ਼ਾਹ ਦੇ ਸਿੱਖਾਂ ਨੂੰ ਚੋਰ ਕਹਿਣ ਲੱਗ ਪਏ। ਬਾਦਸ਼ਾਹ ਤਾਂ ਅੱਗੇ ਹੀ ਚਾਹੁੰਦਾ ਸੀ ਵੀ ਇਹੋ ਜਿਹੀਆਂ ਗੱਲਾਂ ਕਰਨ, ਕਿਉਂ ਬਾਦਸ਼ਾਹ ਵੀ ਨਹੀਂ ਸੀ ਚਾਹੁੰਦਾ ਵੀ ਗੁਰੂ ਜੀ ਦਾ ਐਡਾ ਵੱਡਾ ਤੇਜ ਪ੍ਰਤਾਪ ਹੋਵੇ ਜੀ। ਸੋ ਚੰਦੂ ਨੇ ਇਹੋ ਜਿਹੀਆਂ ਗੱਲਾਂ ਕੀਤੀਆਂ। ਬਾਦਸ਼ਾਹ ਕਹਿੰਦਾ ਮੈਂ ਸਮੇਂ ਨਾਲ ਲਾਹੌਰ ਜਾਣਾ, ਗੁਰੂ ਜੀ ਨੂੰ ਲਾਹੌਰ ਸੱਦ ਕੇ ਤੇ ਪੁੱਛ ਗਿੱਛ ਕਰਾਂਗੇ ਜੀ। ਤੂੰ ਮਹਾਰਾਜ ਦੇ ਵੱਡੇ ਭਰਾ ਨੂੰ ਮੇਰੇ ਕੋਲ ਸੱਦ ਇੱਥੇ ਦਿੱਲੀ। ਉਹ ਹੁਣ ਪ੍ਰਸੰਗ ਜਿਹੜਾ ਉਹ ਤੁਸੀਂ ਸਰਵਣ ਕਰੋ ਬੜੇ ਪਿਆਰ ਨਾਲ। ਤੇ ਇਹ ਕਥਾ ਸੁਣਦਿਆਂ ਨਾ ਜੀ ਇੱਕ ਅਰਦਾਸ ਕਰਿਓ, ਸੱਚੇ ਪਾਤਸ਼ਾਹ ਸਾਡੇ ਹਿਰਦਿਆਂ ਨੂੰ ਸ਼ਾਂਤੀ ਬਖਸ਼ੋ ਮਹਾਰਾਜ। ਬਾਬਾ ਪ੍ਰਿਥੀਆ ਜੀ ਗੁਰੂ ਰਾਮਦਾਸ ਜੀ ਦੇ ਸਕੇ ਪੁੱਤਰ ਵੱਡੇ ਜੀ। ਹਾਂਜੀ, ਪਰ ਅੰਦਰ ਸਿਸਟਮ ਦੂਜਾ ਹੋ ਗਿਆ ਜੀ। ਕਲਪਦੇ ਹੀ ਰਹਿੰਦੇ ਜੀ। ਹੁਣ ਇਹਦੇ ਤੋਂ ਅੱਗੇ ਆਪਾਂ ਕਥਾ ਸਰਵਣ ਕਰੀਏ। ਸਭ ਸੰਗਤ ਆਖੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਭ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਨਿਸ਼ਾਨੀ ਛੰਦ। ਸੁਨ ਕੋਠੇ ਕੋ ਨਰ ਗਇਓ, ਨਹਿ ਬਿਲਮ ਲਗਾਈ। ਚੰਦੂ ਨੇ ਚਿੱਠੀ ਲਿਖ ਕੇ ਇੱਕ ਬੰਦਾ ਭੇਜਿਆ ਵੀ ਬਾਬਾ ਪ੍ਰਿਥੀਆ ਜੀ ਤੁਹਾਨੂੰ ਬਾਦਸ਼ਾਹ ਸੱਦ ਰਿਹਾ ਹੈ। ਉਹ ਏਲਚੀ ਬੰਦਾ ਚਿੱਠੀ ਵਾਲਾ ਹਲਕਾਰਾ ਬਾਬਾ ਪ੍ਰਿਥੀਆ ਜੀ ਦੇ ਕੋਲ ਆਇਆ ਜੀ। ਜਿੱਥੇ ਬਾਬਾ ਜੀ ਕੋਠੇ 'ਚ ਬੈਠੇ ਸਨ, ਭਾਵ ਕੋਠੇ 'ਚ ਕੋਠਾ ਨਗਰ ਹੈ ਜੀ। ਗੁਰੂ ਕਾ ਕੋਠਾ ਵੀ ਨਾਮ ਰਖਾਇਆ ਸੀਗਾ ਜੀ। ਮਾਲਵੇ ਦੇ ਵਿੱਚ ਉਹ ਪਿੰਡ ਹੈਗਾ ਜੀ। ਉਸ ਕੋਠੇ ਪਿੰਡ ਵਿੱਚ ਗਿਆ ਉਹ ਬੰਦਾ ਬੜੀ ਤੇਜ਼ੀ ਨਾਲ ਛੇਤੀ ਪਹੁੰਚ ਗਿਆ। ਹਾਂਜੀ। ਬੈਠਿਓ ਕਰਤ ਪ੍ਰਤੀਖ ਨਾ, ਮਿਲ ਸਕਲ ਸੁਨਾਈ। ਤੇ ਬਾਬਾ ਪ੍ਰਿਥੀਆ ਜੀ ਪਹਿਲਾਂ ਹੀ ਬੈਠੇ ਉਡੀਕ ਰਹੇ ਸਨ ਜੀ ਵੀ ਕਿਹੜਾ ਵੇਲਾ ਹੋਵੇ ਤਾਂ ਬੰਦਾ ਆਵੇ ਤੇ ਮੈਨੂੰ ਦੱਸੇ ਵੀ ਚੰਦੂ ਕੀ ਕਹਿ ਰਿਹਾ ਜੀ। ਉਹਨੇ ਆ ਕੇ ਫਿਰ ਸਾਰੀ ਗੱਲ ਦੱਸੀ ਜੀ ਵੀ ਤੁਹਾਨੂੰ ਬਾਦਸ਼ਾਹ ਸੱਦਦਾ ਹੈ। ਹਾਂਜੀ। ਸਿਮਰਿਓ ਹਜਰਤ ਨੇ ਚਲੋ, ਨਹਿ ਗਹਿਰ ਲੱਗੀਜੈ। ਉਹ ਬੰਦਾ ਕਹਿਣ ਲੱਗਾ ਬਾਬਾ ਪ੍ਰਿਥੀਆ ਜੀ ਤੁਹਾਨੂੰ ਬਾਦਸ਼ਾਹ ਯਾਦ ਕਰਦਾ ਤੇ ਛੇਤੀ ਚੱਲੋ ਤੇ ਬਾਦਸ਼ਾਹ ਦੇ ਕੋਲ ਚੱਲੋ, ਦੇਰ ਨਾ ਲਾਇਓ। ਹਾਂਜੀ। ਹਰਖਤ ਚੰਦੂ ਨੇ ਪਠਿਓ, ਮਗ ਮਹਿ ਪਗ ਦੀਜੈ। ਗੱਜ ਕੇ ਆਖੋ ਵਾਹਿਗੁਰੂ। ਤੇ ਚੰਦੂ ਨੇ ਸੰਗਤ ਜੀ ਉਸੇ ਵੇਲੇ ਇਹ ਵਾਹਿਗੁਰੂ ਉਹ ਸਿੱਖ ਦੱਸਦਾ, ਹਲਕਾਰਾ ਦੱਸਦਾ
ਕਹਿੰਦਾ ਚੰਦੂ ਨੇ ਬੜੀ ਖੁਸ਼ੀ ਨਾਲ ਬਾਦਸ਼ਾਹ ਨੂੰ ਸਾਰੀ ਗੱਲ ਦੱਸੀ ਹੈ। ਚੰਦੂ ਦੀਵਾਨ ਨੇ ਬੜਾ ਜ਼ੋਰ ਲਾਇਆ ਤੁਹਾਡੀ ਗੱਲ ਤੇ। ਹਾਂਜੀ। ਸੁਨਤ ਹੌਸਲਾ ਉਰ ਵਧਿਓ ਤਿਆਰੀ ਕਰਵਾਈ। ਬਾਬਾ ਪ੍ਰਿਥੀਆ ਜੀ ਦਾ ਹੌਸਲਾ ਵੱਧ ਗਿਆ ਜੀ, ਵੀ ਵਾਹ ਵਾਹ ਮੇਰੀ ਵੀ ਗੱਲ ਕਿਸੇ ਨੇ ਕੀਤੀ ਹੈ ਜੀ। ਛੇਤੀ ਨਾਲ ਦਿੱਲੀ ਜਾਣ ਦੀ ਤਿਆਰੀ ਕੀਤੀ ਜੀ। ਹਾਂਜੀ। ਮਿਹਰਬਾਨ ਸੁਤ ਕੇ ਸਹਿਤ ਕਰਮੋ ਟਿਗ ਆਈ। ਜਦੋਂ ਤਿਆਰੀ ਕੀਤੀ ਤੇ ਬੀਬੀ ਕਰਮੋ ਬਾਬੇ ਪ੍ਰਿਥੀਏ ਦੀ ਪਤਨੀ ਪੁੱਤਰ ਮਿਹਰਬਾਨ ਦੋਵੇਂ ਮਿਲਣ ਵਾਸਤੇ ਆਏ ਜੀ। ਹਾਂਜੀ। ਤੁਮ ਪ੍ਰਬੀਨ ਸਭ ਮਤ ਵਿਖੈ ਕਿਆ ਕਹੋ ਬਨਾਈ। ਕਹਿਣ ਲੱਗੀ ਬੀਬੀ ਕਰਮੋ ਵੀ ਤੁਸੀਂ ਸਿਆਣੇ ਹੋ, ਹੁਣ ਮੈਂ ਤੁਹਾਨੂੰ ਕੀ ਆਖਾਂ। ਹਾਂਜੀ। ਕਰੋ ਬਾਤ ਸ਼ੁਭਰੀਤ ਕੀ ਹੋਏ ਸਹਿਜ ਸੁਭਾਈ। ਪਰ ਫਿਰ ਵੀ ਮੈਂ ਤੁਹਾਨੂੰ ਕਵਾਂਗੀ ਵੀ ਉਹ ਗੱਲ ਕਰਿਓ ਜਿਹੜੀ ਚੰਗੀ ਹੋਵੇ ਤੇ ਸਾਡੇ ਫਾਇਦੇ ਵਿੱਚ ਹੋਵੇ, ਕੋਈ ਉਲਟ ਗੱਲ ਨਾ ਕਰਿਓ। ਕਹਿਣ ਲੱਗੀ। ਹਾਂਜੀ। ਨਹਿ ਉਲਟੀ ਕਿਮ ਗਰ ਪਰ ਹੈ ਪਤ ਰਹਿ ਨਾ ਜੈਸੇ। ਗੱਜ ਕੇ ਆਖੋ ਵਾਹਿਗੁਰੂ। ਬੇਬੇ ਕਰਮੋਂ ਨੂੰ ਪਹਿਲਾਂ ਹੀ ਪਤਾ ਲੱਗਣ ਲੱਗ ਪਿਆ। ਕਹਿਣ ਲੱਗੀ ਕਿਤੇ ਇਹ ਨਾ ਹੋਵੇ ਵੀ ਗੱਲ ਉਲਟੀ ਪੈ ਜੇ ਤੇ ਮੇਰੇ ਕੋਲੋਂ ਮੇਰਾ ਪਤੀ ਸਦਾ ਲਈ ਖੁੱਸ ਜੇ। ਹਾਂਜੀ। ਚਲਹਿ ਜੀਵ ਕਾ ਬਹੁਤ ਅਬ ਨਤ ਆਛੇ ਐਸੇ। ਕਿਉਂ ਤੁਹਾਡੇ ਹੁੰਦਿਆਂ ਸਾਡੀ ਜੀਵਕਾ ਗੁਜ਼ਾਰਾ ਬੜਾ ਵਧੀਆ ਚੱਲ ਰਿਹਾ, ਪਿੱਛੋਂ ਸਾਡਾ ਕੀ ਬਣੇਗਾ। ਹਾਂਜੀ। ਬਾਹੋ ਪਰੈ ਤੁਰ ਕਾਨ ਸੋ ਕਰਹਿ ਨਾ ਸਨਮਾਨਾ। ਗੱਜ ਕੇ ਆਖੋ ਵਾਹਿਗੁਰੂ। ਉਹ ਕਹਿਣ ਲੱਗੇ ਪਤੀ ਜੀ ਉੱਥੇ ਤੁਸੀਂ ਜਾਣਾ, ਤੁਰਕ ਹੀ ਉੱਥੇ ਹੋਣੇ ਆ ਤੇ ਤੁਰਕਾਂ ਨਾਲ ਤੁਹਾਡਾ ਵਾਹ ਪੈਣਾ ਤੇ ਪਤਾ ਨਹੀਂ ਵੀ ਉਹਨਾਂ ਇੱਜ਼ਤ ਕਰਨੀ ਕਿ ਨਹੀਂ ਕਰਨੀ, ਪਤਾ ਥੋੜੀ ਜੀ ਉਹਨਾਂ ਦਾ ਜੀ। ਕਈ ਉਹ ਬੰਦੇ ਜਿਨ੍ਹਾਂ ਨੂੰ ਲੋਕ ਬਹੁਤ ਮੰਨਦੇ ਪੂਜਦੇ ਆ, ਸਿਆਸੀ ਬੰਦੇ ਭੋਰਾ ਇੱਜ਼ਤ ਨਹੀਂ ਕਰਦੇ ਉਹਨਾਂ ਦੀ ਜੀ। ਇਹਨਾਂ ਸਿਆਸੀਆਂ ਤੋਂ ਤੇ ਰੱਬ ਹੀ ਬਚਾਵੇ ਸੰਗਤ ਜੀ। ਹਾਂਜੀ। ਹਾਂਸੀ ਕਰਹਿ ਸ਼ਰੀਕ ਗਨ ਜੇ ਹੋਏ ਕੁਛ ਹਾਨਾ। ਪਤੀ ਜੀ ਤੁਸੀਂ ਉੱਥੇ ਚੱਲੇ ਹੋ, ਜੇ ਤੁਹਾਡਾ ਸਨਮਾਨ ਨਾ ਕੀਤਾ, ਲੋਕਾਂ ਨੂੰ ਪਤਾ ਲੱਗਾ ਤਾਂ ਉਹਨਾਂ ਮਖੌਲ ਉਡਾਉਣਾ ਸਾਡਾ। ਹਾਂਜੀ। ਮੋਹੇ ਨਾ ਆਛੋ ਅਬ ਲਗਹਿ ਕਿਤ ਜਾਨ ਤੁਮਾਰਾ। ਅੱਛਾ ਬੀਬੀਆਂ ਬੈਠੀਆਂ ਨੇ, ਤੁਸੀਂ ਵੀ ਸਿਆਣੇ ਸਿੰਘ ਬੈਠੇ ਜੇ। ਕਈ ਵਾਰੀ ਨਾ ਬੰਦੇ ਦਾ ਮਨ ਅੰਦਰੋਂ ਬਹੁਤ ਕੁਝ ਬੋਲ ਕੇ ਦੱਸਦਾ ਜੀ। ਬੀਬੀ ਕਰਮੋ ਜੀ ਕਹਿਣ ਲੱਗੇ ਪਤਾ ਨਹੀਂ ਕੀ ਗੱਲ ਹੈ, ਪਰ ਤੁਹਾਨੂੰ ਭੇਜਣ ਨੂੰ ਮੇਰਾ ਜੀ ਨਹੀਂ ਕਰਦਾ। ਕਹਿਣ ਲੱਗੇ ਮੇਰਾ ਜੀ ਨਹੀਂ ਕਰਦਾ ਵੀ ਤੁਸੀਂ ਉੱਥੇ ਜਾਓ। ਹਾਂਜੀ। ਗੁਰੂ ਪਦਾਰਥ ਬਹੁ ਦਏ ਪਲ ਚਲੈ ਗੁਜ਼ਾਰਾ। ਤੇ ਗੁਰੂ ਪਦਾਰਥ ਬਹੁ ਦਏ ਭਲ ਚਲੈ ਗੁਜ਼ਾਰਾ। ਗੁਰੂ ਰਾਮਦਾਸ ਜੀ ਨੇ ਮਿਹਰ ਕੀਤੀ ਹੈ, ਬੜੇ ਪਦਾਰਥ ਨੇ ਸਾਡੇ ਕੋਲ, ਬੜਾ ਵਧੀਆ ਗੁਜ਼ਾਰਾ ਚੱਲ ਰਿਹਾ। ਹਾਂਜੀ। ਸੁਨਤ ਪ੍ਰਿਥੀਏ ਧੀਰਜ ਦਈ ਕਿਮ ਬੋਲਤ ਬੈਨਾ। ਪਰ ਬਾਬੇ ਪ੍ਰਿਥੀਏ ਨੂੰ ਤੇ ਇਹ ਸੀ ਵੀ ਗੁਰੂ ਅਰਜਨ ਦੇਵ ਜੀ ਦਾ ਨੁਕਸਾਨ ਕੀਤਾ ਜਾਵੇ ਜੀ। ਬਾਬਾ ਪ੍ਰਿਥੀਆ ਆਪਣੀ ਪਤਨੀ ਨੂੰ ਕਹਿੰਦਾ ਚੁੱਪ ਰਹਿ। ਕਹਿਣ ਲੱਗੇ ਭਲੀ ਲੋਕ ਕਿਹੋ ਜਿਹੀਆਂ ਗੱਲਾਂ ਕਰਦੀ ਹੈ। ਹਾਂਜੀ। ਲੈਨ ਸਮੋ ਗਾਦੀ ਅਬਹਿ ਕਿਮ ਬੈਠਵ ਐਨਾ। ਹੁਣ ਤੇ ਸਮਾਂ ਆਇਆ ਕਹਿੰਦੇ ਗੱਦੀ ਲੈਣ ਦਾ, ਹੁਣ ਤੇ ਮੌਕਾ ਬਣਿਆ। ਬਸ ਇਹੋ ਹੀ ਭੁਲੇਖਾ ਹੈ, ਉਹ ਸਮਝਦੇ ਵੀ ਚਾਰ ਬੰਦੇ ਰਲ ਕੇ ਮੈਨੂੰ ਗੱਦੀ ਦਵਾ ਦੇਣਗੇ। ਐਦਾਂ ਥੋੜੀ ਗੱਦੀਆਂ ਮਿਲਦੀਆਂ ਨੇ ਸੰਗਤ ਜੀ। ਹਾਂਜੀ। ਜੀਅਤ ਰਹਿ ਰਿਪਕੋ ਹਤ ਹੈ ਪੁਨ ਮਿਲ ਹੈ ਆਈ। ਗੱਜ ਕੇ ਆਖੋ ਵਾਹਿਗੁਰੂ। ਤੇ ਕਹਿਣ ਲੱਗਾ ਕੋਈ ਨਹੀਂ, ਜਿਉਂਦੇ ਰਹੇ ਤੇ ਫਿਰ ਆਵਾਂਗੇ। ਹਾਂਜੀ। ਨਤ ਬੈਠੋ ਦਰਸ਼ਾ ਹੋ ਕੇ ਲਿਓ ਕਿ ਮੈਂ ਰਜਾਈ। ਉਂਝ ਨਹੀਂ ਤਾਂ ਕਹਿਣ ਲੱਗਾ ਉਹਨਾਂ ਚਿਰ ਮੈਂ ਉੱਥੇ ਹੀ ਰਹਿਣਾ, ਆਖਣਾ ਵੀ ਮੇਰੇ ਦੁਸ਼ਮਣ ਨੂੰ ਪਹਿਲਾਂ ਖਤਮ ਕਰੋ। ਇਹੋ ਜਿਹੀਆਂ ਗੱਲਾਂ ਜੀ। ਕਿਹਦੇ ਬਾਰੇ ਜੀ? ਸਤਿਗੁਰੂ ਬਾਰੇ ਜੀ। ਹਾਂਜੀ। ਮਿਹਰਬਾਨ ਮਮ ਪੁੱਤਰ ਸੁਖ ਬਹੁ ਬਿਦ ਕੇ ਪਾਵੈ। ਕਹਿਣ ਲੱਗੇ ਫਿਰ ਮੇਰੇ ਪੁੱਤਰ ਮਿਹਰਬਾਨ ਨੂੰ ਬੜੇ ਸੁੱਖ ਮਿਲਨੇ ਆ ਜਦੋਂ ਮੈਂ ਗੁਰਤਾ ਗੱਦੀ ਤੇ ਬੈਠ ਗਿਆ। ਹਾਂਜੀ। ਮੋਹੇ ਆਰ ਬਲ ਬਿਤ ਗਈ ਦਿਨ ਅਲਪ ਰਹਾਵੈ। ਤੇ ਕੋਈ ਗੱਲ ਨਹੀਂ, ਹੁਣ ਮੇਰੀ ਤੇ ਉਮਰ ਵੈਸੇ ਵੀ ਥੋੜੀ ਰਹਿ ਗਈ ਹੈ। ਇੱਕ ਵਾਰੀ ਮੈਂ ਗੱਦੀ ਤੇ ਬਹਿ ਜਾ, ਪਿੱਛੋਂ ਮੇਰੇ ਪੁੱਤਰ ਨੇ ਹੀ ਗੱਦੀ ਤੇ ਬਹਿਣਾ। ਵੇਖੋ ਇਹ ਬਾਬਾ ਜੀ ਐਵੇਂ ਹੀ ਸਕੀਮਾਂ ਬਣਾਈ ਬੈਠੇ ਆ ਜੀ। ਇਹ ਗੱਦੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੀ। ਬਹੁਤ ਖੁਸ਼ੀ ਲਈ ਗੁਰੂ ਅੰਗਦ ਦੇਵ ਜੀ ਨੇ, ਤੇ ਫਿਰ ਉਹ ਇਸ ਗੱਦੀ ਸਾਹਿਬ ਤੇ ਬੈਠੇ ਜੀ।
ਬਹੁਤੀ ਖੁਸ਼ੀ ਲਈ ਗੁਰੂ ਅਮਰਦਾਸ ਜੀ ਨੇ ਤੇ ਫਿਰ ਉਹ ਗੱਦੀ ਸਾਹਿਬ ਤੇ ਬੈਠੇ ਜੀ। ਤੇ ਬਾਬਾ ਪ੍ਰਿਥੀਆ ਜੀ ਐਵੇਂ ਹੀ ਸਕੀਮਾਂ ਬਣਾਈ ਜਾਂਦੇ ਵੀ ਮੇਰੇ ਤੋਂ ਬਾਅਦ ਮੇਰੇ ਪੁੱਤਰ ਨੇ ਬਹਿ ਜਾਣਾ। ਹਾਂਜੀ। ਅੰਕ ਲਿਓ ਮਿਲ ਪ੍ਰੇਮ ਕਰ ਸੁੰਗਤ ਮੁਖ ਭਾਲਾ। ਤੁਰਨ ਲੱਗਿਆਂ ਆਪਣੇ ਪੁੱਤਰ ਨੂੰ ਆਪਣੀ ਗੋਦ 'ਚ ਬਿਠਾਇਆ, ਮੱਥਾ ਸੁੰਘਿਆ, ਪ੍ਰੇਮ ਕੀਤਾ। ਸਰਬ ਰੀਤ ਸਮਝਾਏ ਕੈ ਚਾਹਤ ਚਿਤ ਚਾਲਾ। ਹਰ ਪ੍ਰਕਾਰ ਨਾਲ ਰੀਤੀ ਸਮਝਾਈ ਜੀ। ਬੜੇ ਪ੍ਰੇਮ ਨਾਲ ਆਖਿਆ ਪੁੱਤਰ ਮੇਰੇ ਪਿੱਛੋਂ ਧਿਆਨ ਨਾਲ ਰਹਿਣਾ। ਹਾਂਜੀ। ਨਿਕਸਤ ਸਨਮੁਖ ਸ਼ੀਂਕ ਭੀ ਫਰਕੋ ਬਾ ਮੰਗਾ। ਗੱਜ ਕੇ ਆਖੋ ਵਾਹਿਗੁਰੂ। ਕਈ ਗੱਲਾਂ ਸੰਗਤ ਜੀ ਬੜੇ ਲੋਕ ਨੋਟ ਕਰਦੇ ਆ। ਉਧਰੋਂ ਬਾਬਾ ਜੀ ਨਿਕਲੇ ਤੇ ਛਿੱਕ ਵੱਜ ਗਈ ਜੀ। ਗੁਰਮਤ ਵਿੱਚ ਤਾਂ ਨਹੀਂ ਇਹ ਗੱਲਾਂ ਹੈਗੀਆਂ ਜੀ। ਤੁਰਦਿਆਂ ਸਮੇਂ ਵਾਹਿਗੁਰੂ ਜੀ ਦਾ ਨਾਮ ਲਓ, ਬਾਣੀ ਪੜ੍ਹੋ ਤੇ ਚੜ੍ਹਦੀ ਕਲਾ ਹੀ ਹੈ ਜੀ। ਹਾਂਜੀ। ਪਰ ਇਹ ਲੋਕ ਮੰਨਦੇ ਸੀਗੇ ਉਸ ਸਮੇਂ ਦੀ। ਉਹ ਛਿੱਕ ਵੱਜ ਗਈ ਜੀ। ਤੇ ਜਿੱਥੇ ਛਿੱਕ ਵੱਜੀ ਉੱਥੇ ਖੱਬੇ ਅੰਗ ਫੜਕਣ ਲੱਗ ਪਏ ਜੀ। ਹਾਂਜੀ। ਸਮਦਾ ਕੋ ਸਿਰ ਭਾਰ ਧਰ ਨਰ ਮਿਲਿਓ ਕੁਡੰਗਾ। ਕਹਿੰਦੇ ਲੱਕੜਾਂ ਸਿਰ ਤੇ ਚੁੱਕ ਕੇ ਸਾਹਮਣੇ ਉਹ ਬੰਦਾ ਲੰਘਦਾ ਹੋਵੇ ਤਾਂ ਵੀ ਸਫ਼ਰ ਤੇ ਨਹੀਂ ਲੋਕ ਜਾਂਦੇ ਜੀ। ਇਹੋ ਕੰਮ ਹੀ ਹੋਇਆ ਜੀ ਬਾਬੇ ਪ੍ਰਿਥੀਏ ਨਾਲ ਜੀ। ਮੈਂ ਫਿਰ ਬੇਨਤੀ ਕਰਾਂ, ਗੁਰੂ ਦੀ ਮਰਿਆਦਾ ਨਹੀਂ ਹੈਗੀ ਜੀ, ਪਰ ਉਸ ਸਮੇਂ ਇਹੋ ਜਿਹੀਆਂ ਗੱਲਾਂ ਲੋਕ ਬੜੀਆਂ ਮੰਨਦੇ ਸਨ ਜੀ। ਹਾਂਜੀ। ਸੰਸੈ ਕਰਮੋ ਬਹੁ ਕਰਹਿ ਨਹਿ ਸਕਹਿ ਹਟਾਈ। ਬੀਬੀ ਕਰਮੋਂ ਨੂੰ ਸ਼ੱਕ ਹੋ ਗਿਆ ਜੀ। ਸੰਸਾ ਵੜ ਗਿਆ ਅੰਦਰ ਵੀ ਹੁਣ ਪਤਾ ਨਹੀਂ ਕੀ ਬਣਨਾ। ਪਰ ਉਹ ਬਾਬੇ ਪ੍ਰਿਥੀਏ ਨੂੰ ਮਨਾ ਵੀ ਨਹੀਂ ਕਰ ਸਕਦੀ ਬੀਬੀ ਜੀ ਵੀ ਨਾ ਜਾਓ। ਹਾਂਜੀ। ਫੁਰਤ ਬਿਲੋਚਨ ਦਾਹਨੋ ਲਖ ਉਰ ਦੁਖਦਾਈ। ਤੇ ਸੰਗਤ ਜੀ ਸੱਜੀ ਅੱਖ ਫੜਕਣ ਲੱਗ ਪਈ ਬੀਬੀ ਕਰਮੋਂ ਦੀ ਜੀ। ਉਹਨੇ ਸੋਚਿਆ ਵੀ ਇਹ ਹੁਣ ਦੁਖਦਾਈ ਸਮਾਂ ਆਉਣ ਵਾਲਾ ਹੈ। ਇਹ ਨਾ ਉਸ ਸਮੇਂ ਲੋਕਾਂ ਨੇ ਅੰਦਾਜ਼ੇ ਬਣਾਏ ਹੋਏ। ਮੈਂ ਫਿਰ ਬੇਨਤੀ ਕਰਾਂ, ਗੁਰੂ ਘਰ ਵਿੱਚ ਇਹ ਗੱਲਾਂ ਨਹੀਂ ਹੈਗੀਆਂ ਜੀ। ਹਾਂਜੀ। ਨਹਿ ਪ੍ਰਿਥਿਆ ਕੁਛ ਮਨ ਗਿਨੈ ਮਮ ਪੰਖੀ ਚੰਦੂ। ਪੰਖੀ ਲਿਖਿਆ ਮਮ ਪੱਖੀ ਚੰਦੂ। ਗੱਜ ਕੇ ਆਖੋ ਵਾਹਿਗੁਰੂ। ਨਹਿ ਪ੍ਰਿਥਿਆ ਕੁਛ ਮਨ ਗਿਨੈ। ਪਰ ਬਾਬਾ ਪ੍ਰਿਥੀਆ ਨਹੀਂ ਆਪਣੇ ਮਨ 'ਚ ਗੱਲ ਗਿਣਦਾ ਜੀ। ਉਹਨੂੰ ਇੱਕੋ ਹੀ ਗੱਲ ਹੈਗੀ ਹੈ ਵੀ ਚੰਦੂ ਮੇਰੇ ਵੱਲ ਹੈ ਤੇ ਮੈਨੂੰ ਡਰਨ ਦੀ ਲੋੜ ਨਹੀਂ ਹੈਗੀ ਜੀ। ਹਾਂਜੀ। ਲਵਪੁਰ ਚੱਲ ਕਰ ਹੈ ਜਤਨ ਕਰ ਅਜੁਨ ਨਿਕੰਦੂ। ਅਨੁਜ ਨਿਕੰਦੂ। ਉਹ ਰਸਤੇ 'ਚ ਤੁਰਨ ਲੱਗਿਆ ਇਹੋ ਹੀ ਗੱਲ ਸੋਚੀ, ਚੰਦੂ ਮੇਰੇ ਵੱਲ ਹੈ ਤੇ ਮੈਂ ਉੱਥੇ ਜਾਣਾ, ਲਾਹੌਰ ਜਾਵਾਂਗਾ। ਉਹਨਾਂ ਚਿਰ ਨੂੰ ਸਾਰਿਆਂ ਉੱਥੇ ਆ ਜਾਣਾ ਤੇ ਲਾਹੌਰ ਵਿੱਚ ਜਾ ਕੇ ਮਿਲ ਕੇ ਤੇ ਮੈਂ ਕਿਸੇ ਤਰੀਕੇ ਨਾਲ ਆਪਣੇ ਭਰਾ ਨੂੰ ਮਰਵਾ ਦੇਣਾ ਹੈ। ਵੇਖ ਲਓ, ਜਿਸ ਗੁਰੂ ਦੇ ਦਰਸ਼ਨ ਕਰਕੇ ਆਨੰਦ ਬਣ ਜਾਂਦਾ ਹੈ, ਮੂਰਖ ਉਹਨਾਂ ਨੂੰ ਮਰਵਾਉਣ ਦੀਆਂ ਗੱਲਾਂ ਸੋਚ ਰਹੇ ਨੇ ਜੀ। ਆਖੋ ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ। ਹਾਂਜੀ। ਦਾਸ ਸਿੱਖ ਗਨ ਸੰਗ ਲੈ ਪਛਚਮ ਮੁਖ ਕੀਨਾ। ਕੁਝ ਸੇਵਕ ਬਾਬਾ ਪ੍ਰਿਥੀਆ ਜੀ ਨੇ ਆਪਣੇ ਨਾਲ ਲਏ ਜੀ। ਕੱਦ ਕਾਠ ਬਾਬਾ ਪ੍ਰਿਥੀਆ ਜੀ ਦਾ ਉੱਚਾ ਸੀਗਾ ਜੀ। ਗੁਰੂ ਰਾਮਦਾਸ ਜੀ ਦਾ ਵੀ ਉੱਚਾ ਸੀਗਾ ਜੀ। ਹਾਂਜੀ। ਉਂਝ ਮੈਂ ਸ਼ਾਇਦ ਪਹਿਲਾਂ ਵੀ ਇੱਕ ਦਿਨ ਕਥਾ 'ਚ ਤੁਹਾਨੂੰ ਦੱਸਿਆ ਹੋਵੇ। ਕਹਿੰਦੇ 10 ਪਾਤਸ਼ਾਹੀਆਂ ਵਿੱਚੋਂ 10ਵੇਂ ਪਾਤਸ਼ਾਹ ਦਾ ਕੱਦ ਮੱਧਰਾ ਸੀਗਾ ਜੀ। ਤੇ ਮੈਂ ਪੁੱਛਿਆ ਵੀ ਮੱਧਰਾ ਕਿੱਡਾ ਕੁ ਸੀਗਾ? ਕਹਿੰਦੇ ਜੀ 6.5 ਫੁੱਟ ਸੀਗਾ ਜੀ। ਅੱਜ ਕੇ ਆਖੋ ਮੈਂ ਕਮਾਲ ਹੋ ਗਈ ਜੀ। ਜੇ 6.5 ਫੁੱਟ ਮੱਧਰਾ ਹੁੰਦਾ ਤਾਂ ਫਿਰ ਉੱਚਾ ਕੀ ਹੁੰਦਾ ਜੀ? ਹਾਂਜੀ। 6.5 ਫੁੱਟ ਕਹਿੰਦੇ ਸਭ ਤੋਂ ਮੱਧਰੇ ਸੀਗੇ ਜੀ ਮਹਾਰਾਜ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਦਾ ਕੱਦ ਕਾਠ ਉੱਚਾ ਸੀਗਾ ਜੀ। ਬਾਬੇ ਪ੍ਰਿਥੀਏ ਦਾ ਵੀ ਕੱਦ ਕਾਠ ਉੱਚਾ, ਸਰੀਰ ਭਰਵਾਂ ਸੀਗਾ ਜੀ, ਚਿਹਰਾ ਲਾਲ ਸੀਗਾ ਜੀ। ਕੁਝ ਬੰਦੇ ਨਾਲ ਸੇਵਕ ਲਏ ਤੇ ਪ੍ਰਿਥੀਆ ਜੀ ਤੁਰ ਪਏ ਜੀ। ਹਾਂਜੀ। ਗਮਨਿਓ ਮਾਰਗ ਸ਼ਿਪਰ ਕਰ ਤ੍ਰਿਸ਼ਨਾ ਕੀ ਅਦੀਨਾ। ਲਾਹੌਰ ਵੱਲ ਨੂੰ ਜਾ ਰਹੇ ਆ। ਮੇਰੇ ਕੋਲ ਅੱਗੇ ਦਿੱਲੀ ਮੁੱਖੋਂ ਨਿਕਲ ਗਿਆ ਸੀ। ਲਾਹੌਰ ਨੂੰ ਜਾ ਰਹੇ ਆ ਜੀ ਤੇ ਬੜੀ ਛੇਤੀ ਛੇਤੀ ਤੁਰ ਰਹੇ ਆ ਜੀ। ਹਾਂਜੀ। ਨਿਸ਼ ਬਿਸਰਾਮਹਿ ਦਿਨ ਚਲਹਿ ਦਿਨ ਥੋਰਨ ਮਾਹੂ। ਰਾਤ ਨੂੰ ਆਰਾਮ ਕਰਦੇ ਆ, ਦਿਨੇ ਸਫ਼ਰ ਕਰਦੇ ਆ। ਜਿੱਥੇ ਥਾਂ ਮਿਲਦੀ ਆਰਾਮ ਕਰ ਲੈਂਦੇ ਆ ਜੀ। ਪਰ ਇਹੋ ਹੀ ਜੇ ਗੁਰੂ ਅਰਜਨ ਦੇਵ ਜੀ ਜਾਂਦੇ ਆ ਤੇ ਲੋਕਾਂ ਦੇ ਮੱਥਾ ਟੇਕਣ ਵਾਲਿਆਂ ਦੀ ਲੈਣ ਹੀ ਨਹੀਂ ਟੁੱਟਦੀ ਜੀ। ਹਾਂਜੀ। ਪਹੁੰਚੋ ਤਰਨ ਤਾਰਨ ਨਿਕਟ ਬੋਲੇ ਨਰ ਪਾਹੂ। ਉਹ ਮਾਲਵੇ ਚੋਂ ਲੰਘ ਰਹੇ ਸਨ, ਲਾਹੌਰ ਨੂੰ ਜਾਣਾ ਸੀਗਾ
ਤੇ ਜਦੋਂ ਤਰਨ ਤਾਰਨ ਲਾਗੇ ਆਏ ਨਾ ਜੀ ਤੇ ਗਰਮੀ ਬੜੀ ਸੀਗੀ ਜੀ। ਬਾਬੇ ਪ੍ਰਿਥੀਏ ਤੇ ਕੁਝ ਸੇਵਾਦਾਰ ਬਾਬਾ ਪ੍ਰਿਥੀਆ ਜੀ ਨੂੰ ਇੰਜ ਕਹਿਣ ਲੱਗੇ, ਹਾਂਜੀ, ਗੁਰੂ ਰਚਿਓ ਤੀਰਥ ਮਹਾ ਮੱਜਨ ਕਰ ਲੀਜੈ। ਕਹਿੰਦੇ ਬਾਬਾ ਜੀ ਗੁਰੂ ਅਰਜਨ ਦੇਵ ਜੀ ਨੇ ਤੀਰਥ ਬਣਾਇਆ, ਇਸ਼ਨਾਨ ਹੀ ਕਰ ਲਈਏ ਇੱਥੇ। ਹਾਂਜੀ, ਚੱਲ ਡੇਰਾ ਆਗੇ ਕਰੈ ਨਿਸ ਪਰੀ ਲਖੀਜੈ। ਤੇ ਥੋੜੀ ਅੱਗੇ ਜਾ ਕੇ ਡੇਰਾ ਕਰ ਲਵਾਂਗੇ, ਫਿਰ ਰਾਤ ਪੈ ਜਾਣੀ ਹੈ। ਹਾਂਜੀ, ਚੱਲੇ ਕੋਸ ਬਹੁ ਸ਼ਮਰਤ ਹੈ ਸ਼ਰਮਤ ਹੈ। ਸ਼ਰਮਤ ਹੈ ਕਰ ਲੈ ਬਿਸਰਾਮੂ। ਕਹਿੰਦੇ ਚੱਲ ਚੱਲ ਕੇ ਬਾਬਾ ਜੀ ਥੱਕ ਗਏ ਆ, ਗਰਮੀ ਦਾ ਸਮਾਂ, ਤੀਰਥ ਬਣਿਆ, ਇਸ਼ਨਾਨ ਕਰਦੇ ਆ, ਕੁਝ ਸਮਾਂ ਰੁਕ ਜੀਏ। ਹਾਂਜੀ, ਸੁਨ ਪ੍ਰਿਥਿਆ ਰਿਸ ਕਰ ਕਹੈ। ਤੇ ਬਾਬਾ ਪ੍ਰਿਥਿਆ ਜੀ ਨੂੰ ਸੁਣ ਕੇ ਗੁੱਸਾ ਚੜ ਗਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਕਿਉਂ ਜੀ? ਉਹ ਤੇ ਗੁਰੂ ਜੀ ਦੀ ਵਡਿਆਈ ਸੁਣ ਕੇ ਨਹੀਂ ਜਰਦੇ ਜੀ। ਤੇ ਉਹਨਾਂ ਦੇ ਹੀ ਸੇਵਾਦਾਰ ਕਹਿਣ ਲੱਗ ਪਏ ਵੀ ਮਹਾਰਾਜ ਨੇ ਤੀਰਥ ਬਣਾਇਆ ਤੇ ਇੱਥੇ ਇਸ਼ਨਾਨ ਕਰ ਲਈਏ। ਸੁਣ ਕੇ ਬਾਬਾ ਜੀ ਨੂੰ ਗੁੱਸਾ ਚੜ ਗਿਆ ਜੀ। ਹਾਂਜੀ, ਜਿਸ ਕੋ ਮਨ ਬਾਮੂ। ਮਨ ਵਿੱਚ ਬੜਾ ਗੁੱਸਾ ਆਇਆ। ਬਾਬਾ ਜੀ ਦਾ ਮਨ ਸ਼ੁਰੂ ਤੋਂ ਹੀ ਟੇਢਾ ਹੀ ਚੱਲਦਾ ਸੀ ਗੁਰੂ ਸਾਹਿਬ ਨਾਲ। ਹਾਂਜੀ, ਇਹ ਛਪੜੀ ਤੀਰਥ ਨਹੀਂ ਫਲ ਕਹਾਂ ਨਹਾਏ। ਗੱਜ ਕੇ ਆਖੋ ਵਾਹਿਗੁਰੂ। ਮਹਾਨ ਪਵਿੱਤਰ ਸਰੋਵਰ ਨੂੰ ਛਪੜੀ ਆਖਿਆ ਜੀ। ਫਿਰ ਜੀ ਕਹਿੰਦੇ ਇੱਥੇ ਨਹਾਉਣ ਦਾ ਕੀ ਫਾਇਦਾ ਹੈਗਾ, ਕੀ ਫਲ ਮਿਲਣਾ ਨਹਾ ਕੇ। ਹਾਂਜੀ, ਨਹੀਂ ਗੁਰੂ ਕੋ ਰਚਿਤ ਥਲ ਕਛ ਪੂਰ ਨ ਪਾਏ। ਇੱਥੇ ਕਹਿਣ ਲੱਗੇ ਕੋਈ ਨਾਤਿਆਂ ਕੁਝ ਪੂਰਾ ਨਹੀਂ ਪੈਣਾ, ਕੋਈ ਫਲ ਨਹੀਂ ਮਿਲਣਾ। ਉਹ ਈਰਖਾ ਨਾ ਅੰਦਰ, ਤਾਂ ਜੀ ਉਥੇ ਤੇ ਕੋੜੀ ਇਸ਼ਨਾਨ ਕਰਨ ਤੇ ਕੋੜ ਦੂਰ ਹੋ ਜਾਂਦੇ ਆ ਜੀ। ਹਾਂਜੀ, ਤੁਰਕਨ ਛੀਨ ਪਚਾਵੇ ਅੰਨ ਰਚ ਬੇ ਨਹਿ ਦੀਨੋ। ਕਹਿਣ ਲੱਗਾ ਇਹ ਕੋਈ ਤੀਰਥ ਹੈ? ਕਹਿਣ ਲੱਗਾ ਇੱਥੇ ਤੇ ਜਦੋਂ ਤੀਰਥ ਦੀ ਰਚਨਾ ਕਹਿੰਦੇ ਹੋ ਰਹੀ ਸੀ ਤੇ ਤੁਰਕ ਇੱਟਾਂ ਲੈ ਗਏ ਸੀਗੇ। ਉਹ ਸੁਣੀ ਸਾਰੀ ਸਾਖੀ ਤੁਸੀਂ ਜੀ। ਹਾਂਜੀ, ਚਲੋ ਅਗਾਰੀ ਦੇਖੀ ਹੈ ਤੀਰਥ ਹਮ ਕੀਨੋ। ਕਹਿੰਦਾ ਅੱਗੇ ਚੱਲੋ, ਇੱਕ ਤੀਰਥ ਮੈਂ ਵੀ ਬਣਾਇਆ। ਕਹਿਣ ਲੱਗਾ ਉੱਥੇ ਜਾ ਕੇ ਇਸ਼ਨਾਨ ਕਰਿਓ। ਹੇਹਰ ਪਿੰਡ ਹੈ ਪਾਕਿਸਤਾਨ ਦੇ ਵਿੱਚ, ਉੱਥੇ ਇਹਨਾਂ ਨੇ ਇੱਕ ਤੀਰਥ ਬਣਾਇਆ ਸੀ, ਉਹਦਾ ਨਾਮ ਦੁੱਖ ਨਿਵਾਰਨ ਰੱਖਿਆ ਸੀਗਾ ਜੀ। ਮਤਲਬ ਗੁਰੂ ਸਾਹਿਬ ਜੀ ਦੇ ਬਣਾਏ ਸਰੋਵਰ ਵਿੱਚ ਵੀ ਆਪਣੇ ਸੇਵਾਦਾਰਾਂ ਨੂੰ ਇਸ਼ਨਾਨ ਨਹੀਂ ਕਰਨ ਦਿੱਤਾ ਜੀ ਉਹਨੇ ਜੀ। ਹਾਂਜੀ, ਤਹਾਂ ਕਰਹਿ ਬਿਸਰਾਮ ਕੋ ਸ਼ਰਮ ਸਭ ਨਿਰਵਾਰ। ਕਹਿਣ ਲੱਗਾ ਉੱਥੇ ਜਾ ਕੇ ਇਸ਼ਨਾਨ ਕਰਿਓ, ਆਰਾਮ ਕਰਿਓ। ਹਾਂਜੀ, ਭਲੇ ਅਸੂਦੇ ਹੋਏ ਹੈ ਦਿਨ ਦੋਏ ਤ੍ਰੈ ਟਾਰੈ। ਕਹਿਣ ਲੱਗੇ ਉੱਥੇ ਭਲੇ ਸੁਖੀ ਹੋਵਾਂਗੇ, 2-3 ਦਿਨ ਫਿਰ ਉੱਥੇ ਰਵਾਂਗੇ ਆਪਣੇ ਤੀਰਥ ਤੇ। ਹਾਂਜੀ, ਬਿਨ ਹੇਰੇ ਗੁਰ ਥਾਨ ਕੋ ਚਲ ਜਾਤ ਅਗਾਰੀ। ਤੇ ਕੱਲ ਤੇ ਭਾਗਾਂ ਦੀ ਹੀ ਕੀਤੀ। ਤਰਨ ਤਾਰਨ ਸਾਹਿਬ ਮਹਾਨ ਅਸਥਾਨ ਬਾਬਾ ਪ੍ਰਿਥੀਆ ਜੀ ਨੇ ਵੇਖਿਆ ਤੱਕ ਨਹੀਂ, ਦਰਸ਼ਨ ਵੀ ਨਹੀਂ ਕੀਤੇ ਜੀ, ਸਿੱਧਾ ਹੀ ਅੱਗੇ ਲੰਘ ਗਏ ਜੀ। ਹਾਂਜੀ, ਜਾਏ ਪਹੁੰਚਿਓ ਹੈ ਹਰੀ ਉਤਰਿਓ ਮੁਦ ਭਾਰੀ। ਤੇ ਬੜੀ ਖੁਸ਼ੀ ਦੇ ਨਾਲ ਨਾ ਹੇਹਰ ਪਿੰਡ ਵਿੱਚ ਉਤਾਰਾ ਕੀਤਾ ਜੀ। ਪਿਆਰਿਓ ਤਰਨ ਤਾਰਨ ਦੇ ਸਰੋਵਰ ਵਿੱਚ ਤੇ ਅੱਜ ਵੀ ਕੋੜੀ ਇਸ਼ਨਾਨ ਕਰਕੇ ਰਾਜੀ ਹੁੰਦੇ ਆ। ਹੇਹਰ ਵਾਲਾ ਸਰੋਵਰ ਲੱਭਦਾ ਵੀ ਨਹੀਂ ਹੁਣ ਜੀ। ਤੁਸੀਂ ਕਥਾ ਸੁਣੀ ਸੀ ਨਾ, ਇੱਕ ਦਰਬਾਰ ਸਾਹਿਬ ਇਹਨਾਂ ਨੇ ਵੀ ਬਣਾਇਆ ਸੀਗਾ ਜੀ, ਨਕਲ ਕਰਕੇ ਜੀ, ਪਰ ਕੋਈ ਮੱਥਾ ਟੇਕਣ ਹੀ ਨਹੀਂ ਆਉਂਦਾ ਹੁੰਦਾ ਜੀ। ਹਾਂਜੀ, ਸਿੱਖਨ ਕੋ ਉਪਦੇਸ਼ ਤੋ ਇਹ ਤੀਰਥ ਆਛੋ। ਆਪਣੇ ਸੇਵਾਦਾਰਾਂ ਨੂੰ ਬਾਬਾ ਪ੍ਰਿਥੀਆ ਜੀ ਕਹਿਣ ਲੱਗੇ ਵੀ ਇਹ ਤੀਰਥ ਬੜਾ ਵਧੀਆ ਹੈਗਾ, ਬੜਾ ਮਹਾਨ ਤੀਰਥ ਹੈ। ਹਾਂਜੀ, ਮੱਜਹੁ ਸ਼ਰਦਾ ਧਾਰ ਕਰ ਪ੍ਰਾਪਤ ਜੋ ਬਾਂਛੋ। ਇੱਥੇ ਇਸ਼ਨਾਨ ਕਰੋ, ਜੋ ਮੰਗੇਗਾ, ਜੋ ਮੰਗੋਗੇ ਮਿਲੇਗਾ। ਕਹਿਣ ਲੱਗੇ ਹਾਂਜੀ, ਬਿਸਰਾਮਹੁ ਸ਼ਰਮ ਪਰ ਹਰ ਹੋ ਪੁਨ ਲਵ ਪੁਰ ਚਾਲੈ। ਇੱਥੇ ਰਾਤ ਰਹੋ ਆਨੰਦ ਦੇ ਨਾਲ, ਫਿਰ ਕਹਿਣ ਲੱਗਾ ਆਪਾਂ ਲਾਹੌਰ ਚੱਲਾਂਗੇ। ਹਾਂਜੀ, ਖਾਨ ਪਾਨ ਕੀ ਨਸ ਪੁਨਹਿ ਕਰ ਸਵਾਦ ਬਿਸਾਲੈ। ਤੇ ਬੜੇ ਸਵਾਦ ਭੋਜਨ, ਸਵਾਦੀ ਭੋਜਨ ਬਾਬਾ ਪ੍ਰਿਥੀਆ ਜੀ ਨੇ ਆਪਣੇ ਚੇਲਿਆਂ ਵਾਸਤੇ ਬਣਵਾਏ ਜੀ। ਹਾਂਜੀ, ਨਿਸਾ ਪਰੀ ਸੁਪਤੇ ਪੁਨਹਿ ਉਠ ਪ੍ਰਾਤ ਨਹਾਏ। ਦਿਨੇ ਵਾਹਿਗੁਰੂ ਪਹਿਲਾਂ ਰਾਤ ਆਰਾਮ ਕੀਤਾ, ਦਿਨੇ ਫਿਰ ਸਾਰੇ ਉਸ ਤੀਰਥ ਵਿੱਚ ਇਸ਼ਨਾਨ ਨਹਾਤੇ ਜੀ ਸਾਰੇ ਜੀ। ਹਾਂਜੀ, ਕਰਿਓ ਕਰਾਹੁ ਵਰਤਾਏ ਕੈ ਹਰ ਖਤ ਹੀ ਖਾਏ। ਬਾਬੇ ਪ੍ਰਿਥੀਏ ਨੇ ਕੜਾਹ ਪ੍ਰਸ਼ਾਦ ਵਰਤਾਇਆ, ਥੋੜੇ ਜਿਹੇ ਲੋਕ ਸੀਗੇ ਉੱਥੇ ਜੀ। ਬਾਬਾ ਪ੍ਰਿਥੀਆ ਬੜਾ ਖੁਸ਼ ਹੋਇਆ ਜੀ। ਹਾਂਜੀ, 3 ਦਿਵਸ ਬੀਤੇ ਬਸਤ ਕਹਿ ਸੰਧਿਆ ਕਾਲਾ। 3 ਦਿਨ ਫਿਰ ਉੱਥੇ ਹੇਹਰ ਪਿੰਡ ਵਿੱਚ ਰਹੇ ਜੀ।
ਸ਼ਾਮ ਦਾ ਸਮਾਂ ਹੋਇਆ ਚਲਹਿ ਕਾਲ ਕੋ ਲਵਪੁਰੀ ਹੋਏ ਕਾਜ ਬਿਸਾਲਾ। ਤੇ ਆਪਣੇ ਸੇਵਾਦਾਰਾਂ ਨੂੰ ਕਹਿਣ ਲੱਗੇ ਵੀ ਮੈਂ ਕੱਲ ਨੂੰ ਲਾਹੌਰ ਨੂੰ ਜਾਵਾਂਗਾ। ਕੱਜ ਕੇ ਆਖੋ ਵਾਹਿਗੁਰੂ। ਕੱਲ ਨੂੰ ਮੈਂ ਲਾਹੌਰ ਜਾਵਾਂਗਾ, ਆਪਾਂ ਆਪਣਾ ਕੰਮ ਕਰਾਂਗੇ। ਹਾਂਜੀ। ਚੰਦੂ ਕਰਹਿ ਪ੍ਰਤੀਖਨਾ ਇੱਕ ਸਿੱਖ ਮਿਲ ਆਇਆ। ਤੇ ਕਹਿਣ ਲੱਗੇ ਚੰਦੂ ਮੇਰਾ ਇੰਤਜ਼ਾਰ ਕਰ ਰਿਹਾ, ਮੇਰਾ ਸਿੱਖ ਇੱਕ ਮਿਲ ਕੇ ਆਇਆ ਉਹਨਾਂ ਨੂੰ। ਹਾਂਜੀ। ਅਰਜਨ ਕੋ ਮਾਰਿਓ ਚਾਹੈ ਲੈ ਮੋਹਿ ਸਹਾਇਆ। ਹੁਣ ਇਹ ਗੱਲਾਂ ਮੇਰੇ ਕੋਲ ਬੋਲੀਆਂ ਨਹੀਂ ਜਾਂਦੀਆਂ ਜੀ, ਡਰ ਲੱਗਦਾ। ਕੀ ਕਰੀਏ ਜੀ ਸਿੱਖਾਂ ਮਹਾਰਾਜ ਦੇ। ਆਖੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਬਸ ਬਾਬਾ ਪ੍ਰਿਥੀਆ ਜੀ ਢਿੱਲੀਆਂ ਹੀ ਗੱਲਾਂ ਕਰਦੇ ਸੀ, ਮਹਾਰਾਜ ਨੂੰ ਮਾਰਨ ਦੀਆਂ ਹੀ ਗੱਲਾਂ ਬਾਰ-ਬਾਰ ਕਰਦੇ ਸੀਗੇ ਜੀ। ਹਾਂਜੀ। ਨਿਸਾ ਭਈ ਭੋਜਨ ਅਚਿਓ ਤਦ ਸਿੱਖ ਨੇ ਆਨਾ। ਤੇ ਰਾਤ ਪਈ ਭੋਜਨ ਖਾਧਾ, ਭੋਜਨ ਛਕਿਆ ਤੇ ਫਿਰ ਇੱਕ ਸਿੱਖ ਦਹੀਂ ਲੈ ਕੇ ਆਇਆ ਜੀ। ਹਾਂਜੀ। ਸੂਖਮ ਚਾਵਰ ਸਾਗਲ ਸੋ ਕੀ ਨਸ ਬਹੁ ਖਾਨਾ। ਵਾਹ ਜੀ ਵਾਹ, ਸਵਾਦ ਲਾਇਆ ਜੀ ਬਾਬਾ ਜੀ ਨੇ। ਦਹੀਂ ਚੌਲ ਤੇ ਸਾਗ ਇਹ ਕੁਝ ਰਲਾ ਲਿਆ ਸਾਰਾ ਕੁਝ ਜੀ। ਕੀ ਜੀ? ਦਹੀਂ ਚੌਲ ਤੇ ਸਾਗ ਇਹ ਚੀਜ਼ਾਂ ਰਲਾ ਕੇ ਤੇ ਬਾਬਾ ਪ੍ਰਿਥੀਆ ਜੀ ਗੇੜੇ ਤੇ ਗੇੜਾ ਛਕੀ ਗਏ ਜੀ। ਸਵਾਦ ਚ ਜ਼ਿਆਦਾ ਛਕ ਗਏ ਜੀ। ਹਾਂਜੀ। ਸਵਾਦ ਸਾਥ ਅਚ ਬਹੁ ਗਇਓ ਹੁਨਹਾਰ ਖਵਾਇਓ। ਕਹਿੰਦੇ ਸਵਾਦ ਵਿੱਚ ਬਾਬਾ ਪ੍ਰਿਥੀਆ ਜੀ ਜ਼ਿਆਦਾ ਹੀ ਛਕ ਗਏ ਜੀ। ਕੁਛ ਅਸਲ ਵਿੱਚ ਹੋਣੀ ਨਹੀਂ ਖਵਾਇਆ ਉਹਨਾਂ ਨੂੰ ਜੀ। ਹਾਂਜੀ। ਗਰ ਲਓ ਭਰ ਕੇ ਉਦਰ ਕੋ ਨਿਸ ਮਹਿ ਸੁਪਤਾਇਓ। ਜਿਹੜਾ ਬੰਦਾ ਖਾਣ ਤੇ ਨਹੀਂ ਕੰਟਰੋਲ ਕਰਦਾ ਉਹ ਗੁਰੂ ਕਿਵੇਂ ਬਣੇਗਾ ਜੀ। ਹਾਂ, ਇਹ ਤਾਂ ਗੁਰੂ ਬਣਨਾ ਚਾਹੁੰਦੇ ਜੀ। ਜੀਭ ਤੇ ਕੰਟਰੋਲ ਨਹੀਂ ਹੈਗਾ ਜੀ। ਅਸਲ 'ਚ ਹੋਣੀ ਪ੍ਰੇਰ ਰਹੀ ਹੈ ਜੀ। ਸਾਗ ਚੌਲ ਤੇ ਦਹੀਂ ਰਲਾਇਆ, ਜਦੋਂ ਛਕੀ ਗਏ ਤੇ ਗਲੇ ਤੱਕ ਭਰ ਗਏ ਜੀ। ਹਾਂਜੀ। ਅਰਧ ਨਿਸਾ ਬਦਹਾਜਮਾ ਹੈ ਜਾ ਹੋਏ ਆਵਾ। ਤੇ ਛੱਕ ਕੇ ਤੇ ਸੌਂ ਗਏ, ਲੰਮੇ ਪੈ ਗਏ ਜੀ। ਹਾਂਜੀ। ਤੇ ਲੰਮੇ ਵੀ ਉਸ ਪਾਸੇ ਪਏ ਜਿੱਧਰ ਨਹੀਂ ਪੈਣਾ ਚਾਹੀਦਾ, ਛੱਕ ਕੇ। ਅੱਧੀ ਰਾਤ ਦਾ ਸਮਾਂ ਹੋਇਆ ਤੇ ਬਦ ਹਜਮੀ ਹੋ ਗਈ ਤੇ ਹੈਜਾ ਹੋ ਗਿਆ ਜੀ। ਦਸਤ ਲੱਗ ਗਏ ਬਾਬਾ ਜੀ ਨੂੰ ਜੀ। ਹਾਂਜੀ। ਸੂਲ ਉਠਿਓ ਜਨ ਸੂਲ ਚੁੱਭ ਦੁਖ ਤੇ ਬਿਕਲਾਵਾ। ਤੇ ਸੂਲ ਉੱਠਿਆ ਜੀ, ਸੂਲ ਜੀ। ਹਾਂਜੀ। ਭਾਵ ਢਿੱਡ ਵਿੱਚ ਪੀੜ ਉੱਠੀ ਜਿਵੇਂ ਸੂਲ ਚੁੱਭਦੀ ਹੋਵੇ ਜੀ, ਤੇ ਵਿਆਕੁਲ ਹੋ ਗਏ ਜੀ। ਆ ਢਿੱਡ 'ਚ ਮਾੜੀ ਜੀ ਪੀੜ ਹੋਣ ਲੱਗ ਪਏ ਨਾ ਜੀ, ਤੜਪਾ ਸੁੱਟਦੀ ਬੰਦੇ ਨੂੰ ਜੀ। ਇਹ ਤੇ ਤੁਸੀਂ ਆਪਾਂ ਸਾਰੇ ਰਾਜੀ ਖੁਸ਼ੀ ਬੈਠੇ, ਗੁਰੂ ਜੀ ਦਾ ਸ਼ੁਕਰ ਕਰਨਾ ਚਾਹੀਦਾ ਹੈ ਜੀ। ਥੋੜੀ ਜੀ ਦਰਦ ਬੰਦੇ ਨੂੰ ਕਲਪਾ ਸੁੱਟਦੀ ਜੀ। ਹਾਂਜੀ। ਹਾਏ ਹਾਏ ਮੁਖ ਕਰਤ ਹੈ ਜਾਗੇ ਨਰ ਪਾਸੂ। ਤੇ ਬਾਬਾ ਪ੍ਰਿਥੀਆ ਅੱਧੀ ਰਾਤ ਦਾ ਸਮਾਂ ਤੇ ਹਾਏ ਹਾਏ ਕਰਨ ਲੱਗ ਪਏ ਜੀ। ਨਾਲ ਦੇ ਲੋਕ ਜਾਗ ਗਏ, ਸੇਵਾਦਾਰ ਜਾਗ ਗਏ ਸਾਰੇ, ਵੀ ਕੀ ਗੱਲ ਹੋ ਗਈ ਹੈ। ਹਾਂਜੀ। ਕਹਾਂ ਜਤਨ ਕੋ ਤਬ ਕਰਹਿ ਨਹਿ ਔਖਦ ਰਾਸੂ। ਹੁਣ ਅੱਧੀ ਰਾਤ ਦਾ ਸਮਾਂ, ਦਵਾਈ ਕਿਹੜੀ ਲੈ ਕੇ ਆਉਣ ਜੀ। ਉਹਨਾਂ ਸਮਿਆਂ ਦੇ ਵਿੱਚ ਕਿਹੜਾ ਵੀ ਫੋਨ ਕਰ ਦੇਣਾ ਤੇ ਡਾਕਟਰ ਭੱਜਾ ਆਏਗਾ ਜੀ। ਲਾਗੇ ਹਕੀਮ ਲੱਭਣਾ, ਵੈਦ ਲੱਭਣਾ ਬੜਾ ਔਖਾ ਕੰਮ ਸੀਗਾ ਜੀ। ਹਾਂਜੀ। ਨਹਿ ਹਕੀਮ ਕੋ ਗ੍ਰਾਮ ਮਹਿ ਕਛ ਹਵੈ ਨਾ ਉਪਾਈ। ਕਮਾਲ ਦੀ ਗੱਲ ਇਹ ਹੈ ਵੀ ਹੇਹਰ ਪਿੰਡ ਦੇ ਵਿੱਚ ਹਕੀਮ ਹੈ ਹੀ ਕੋਈ ਨਹੀਂ ਸੀਗਾ ਜੀ। ਤੇ ਉਪਾਅ ਕੀ ਹੋਣਾ ਸੀਗਾ ਜੀ। ਕਹਿੰਦੇ ਉਸ ਨਗਰ 'ਚ ਰਹਿਣਾ ਨਹੀਂ ਚਾਹੀਦਾ ਜਿੱਥੇ ਹਕੀਮ, ਦਵਾਖਾਨਾ, ਸਕੂਲ ਤੇ ਧਾਰਮਿਕ ਸਥਾਨ ਨਾ ਹੋਵੇ ਜੀ। ਉਸ ਨਗਰ 'ਚ ਹੀ ਨਹੀਂ ਰਹਿਣਾ ਚਾਹੀਦਾ ਜੀ। ਹਾਂਜੀ। ਰੁਦਤ ਨਿਕਟ ਹੋਵੇ ਦੁਖਤ ਸਭ ਤਿਸ ਆਸ ਚੁਕਾਈ। ਕਮਾਲ ਦੀ ਗੱਲ ਏ, ਬਾਬਾ ਪ੍ਰਿਥੀਆ ਜੀ ਪੀੜ ਨਾਲ ਤੜਪ ਰਹੇ ਆ। ਸੇਵਾਦਾਰ ਰੋਣ ਲੱਗ ਪਏ, ਬਾਬਾ ਜੀ ਰੋਣ ਲੱਗ ਪਏ, ਪਰ ਉਪਾਅ ਨਹੀਂ ਕੋਈ ਚੱਲਣ ਦਿਆ ਜੀ। ਹਾਂਜੀ। ਪ੍ਰਿਥੀਏ ਨੇ ਜਾਣਿਓ ਮਰਨ ਨਹਿ ਬਾਚਹਿ ਪ੍ਰਾਨਾ। ਤੇ ਬਾਬਾ ਪ੍ਰਿਥੀਆ ਜੀ ਨੂੰ ਪਤਾ ਲੱਗ ਗਿਆ ਵੀ ਮੇਰਾ ਅੰਤਮ ਸਮਾਂ ਨੇੜੇ ਆ ਗਿਆ, ਹੁਣ ਮੈਂ ਬਚਣਾ ਨਹੀਂ ਹੈ। ਹਾਂਜੀ। ਸਿੱਖ ਦਾਸ ਗਨ ਹਿਤੂ ਲਖ ਅਸ ਬਾਕ ਬਖਾਨਾ। ਗੱਜ ਕੇ ਆਖੋ ਵਾਹਿਗੁਰੂ। ਢਿੱਡ ਪੀਰ ਦੇ ਨਾਲ ਤੜਪ ਰਹੇ ਨੇ ਜੀ। ਹਾਂਜੀ। ਆਪਣੇ ਲਾਗੇ ਸੇਵਾਦਾਰਾਂ ਨੂੰ ਸੱਦ ਕੇ ਤੇ ਕਹਿਣ ਲੱਗੇ। ਹਾਂਜੀ। ਆਪ ਮੇਰੋ ਪਰਲੋਕ ਹਵੈ ਰੁਜ ਵਧਿਓ ਬਿਸਾਲਾ। ਕਹਿਣ ਲੱਗਾ ਸੁਣੋ, ਦਰਦ ਬਹੁਤ ਵੱਧ ਗਈ ਹੈ,
ਰੋਗ ਬਹੁਤ ਵੱਧ ਗਿਆ ਹੈ। ਕਮਾਈ ਵਾਲੇ ਤੇ ਹੈਗੇ ਸੀਗੇ, ਪਤਾ ਲੱਗ ਗਿਆ, ਕਹਿਣ ਲੱਗੇ ਹੁਣ ਮੇਰੀ ਮੌਤ ਹੈ, ਸਰੀਰ ਛੱਡਣ ਲੱਗਾ ਮੈਂ। ਹਾਂਜੀ। ਦਾਹ ਕਰਹੁ ਇਸ ਥਾਂ ਨਹੀਂ, ਕਰ ਕਿਰਪਾ ਕਰ ਕਿਰਿਆ ਕਪਾਲਾ। ਤੇ ਮੇਰੇ ਸਰੀਰ ਨੂੰ ਇੱਥੇ ਹੀ ਸਾੜ ਦਿਓ, ਸੰਸਕਾਰ ਕਰ ਦਿਓ ਮੇਰੇ ਸਰੀਰ ਦਾ, ਅੰਤਮ ਕਿਰਿਆ ਇੱਥੇ ਹੀ ਕਰਿਓ ਮੇਰੀ ਸਾਰੀ। ਹੇ ਹਰ ਪਿੰਡ 'ਚ ਆ ਜੀ, ਜਿੱਥੇ ਦਰਬਾਰ ਸਾਹਿਬ ਬਣਾਇਆ ਸੀ ਇਹਨਾਂ ਜੀ। ਹਾਂਜੀ। ਪੀਛੇ ਹੋਏ ਜੋ ਅੰਸ ਮਮ, ਮਰ ਹੈ ਕਿਤ ਕੋਈ। ਹਾਂਜੀ। ਦਾਹੁ ਆਨ ਇਸ ਥਲ ਕਰਹਿ, ਕਹਿ ਦੀਜਹਿ ਸੋਈ। ਤੇ ਪਿੱਛੋਂ ਮੇਰੇ ਪਰਿਵਾਰ ਨੂੰ ਇਹ ਕਹਿ ਦਿਓ, ਜਿਹੜੀ ਮੇਰੀ ਅੰਸ ਬੰਸ ਹੋਏਗੀ ਨਾ, ਉਹਦਾ ਸੰਸਕਾਰ ਵੀ ਇੱਥੇ ਹੀ ਕਰਨਾ ਹੈ, ਹੇ ਹਰ 'ਚ ਹੀ ਕਰਨਾ ਹੈ। ਮਿਹਰਬਾਨ ਹੈ। ਅੱਗੋਂ ਬਾਬੇ ਮਿਹਰ ਦਾ ਪੁੱਤਰ ਹਰਜੀ ਹੋਏਗਾ ਜੀ, ਬੜਾ ਲੰਬੀ ਕੁੱਲ ਚੱਲਦੀ ਹੈ ਜੀ ਇਹ। ਹਾਂਜੀ। ਮੌਕਹੁ ਮਿਲਹਿ ਸੋ ਆਨ ਕਰ, ਫਲ ਉੱਤਮ ਪਾਵੈ। ਕਹਿੰਦੇ ਇੱਥੇ ਸੰਸਕਾਰ ਕਰਿਓ ਸਾਰਿਆਂ ਦਾ, ਤੇ ਮੇਰੀ ਕੁੱਲ ਨੂੰ ਕਹਿ ਦਿਓ ਇੱਥੇ ਹੀ ਸੰਸਕਾਰ ਕਰਨਾ, ਮਰਨ ਤੋਂ ਬਾਅਦ ਸਾਰੇ ਮੈਨੂੰ ਹੀ ਮਿਲਣਗੇ ਤੇ ਉੱਤਮ ਫਲ ਪ੍ਰਾਪਤ ਕਰਨਗੇ। ਹਾਂਜੀ। ਮਿਹਰਬਾਨ ਸੋ ਕਹੋ ਤੁਮ, ਬਹੁਤ ਨਾ ਰੁੱਧ ਨਾਵੈ। ਤੇ ਮੇਰੇ ਪੁੱਤਰ ਮਿਹਰਬਾਨ ਨੂੰ ਕਿਉਂ ਵੀ ਰੋਵੇ ਨਾ। ਹਾਂਜੀ। ਇਹੀ ਰੀਤ ਸਭ ਜਗਤ ਕੀ, ਆਵਤ ਇੱਕ ਜਾਤੇ। ਇਹ ਤੇ ਜਗਤ ਦੀ ਰੀਤ ਹੈ, ਇੱਕ ਆਉਂਦਾ ਇੱਕ ਜਾਂਦਾ, ਮੈਨੂੰ ਜਾਣਾ ਪੈਣਾ। ਅੱਛਾ ਵੇਖ ਲੋ, ਮਹਾਰਾਜ ਕਹਿੰਦੇ ਨਾ, ਨਰ ਚਾਹਤ ਕਛ ਔਰ ਕੀ ਔਰ ਭਈ, ਚਿਤਵਤ ਰਹਿਓ ਠਗੌਰ, ਨਾਨਕ ਫਾਸੀ ਗੱਲ ਪਰੀ। ਅੱਜ ਕੇ ਆਖੋ ਵਾਹਿਗੁਰੂ। ਜਤਨ ਬਹੁਤ ਸੁਖ ਕੇ ਕੀਏ, ਦੁਖ ਕੋ ਕੀਓ ਨਾ ਕੋਏ। ਕਹੋ ਨਾਨਕ ਭਜ ਹਰ ਮਨਾ, ਹਰ ਭਾਵੈ ਸੋ ਹੋਏ। ਬੜਾ ਠਗੌਰੀ ਚਾਈ ਬਾਬਾ ਜੀ ਨੇ, ਚਾਹੁੰਦੇ ਸੀਗੇ ਵੀ ਚੰਦੂ ਨੂੰ ਮਿਲ ਕੇ ਗੁਰੂ ਜੀ ਨੂੰ ਖਤਮ ਕਰਾਵਾਂ, ਤੇ ਚੰਦੂ ਤੱਕ ਪਹੁੰਚੇ ਹੀ ਨਹੀਂ, ਤੇ ਰਸਤੇ 'ਚ ਆਪ ਹੀ ਖਤਮ ਹੋ ਚੱਲੇ ਜੀ। ਹਾਂਜੀ। ਕਰਹੁ ਕਿਰਿਆ ਮੇਰੀ ਸਕਲ, ਜਪ ਨਾਮ ਪ੍ਰਭਾਤੇ। ਮੇਰੇ ਪੁੱਤਰ ਨੂੰ ਕਿਉਂ ਵੀ ਰੋਵੇ ਨਾ, ਤੇ ਮੇਰੀ ਦਿਨ ਚੜ੍ਹਦੇ ਨੂੰ ਸਾਰੀ ਕਿਰਿਆ ਕਰ ਦਿਓ, ਕਹਿਣ ਲੱਗੇ। ਹਾਂਜੀ। ਪੁਨ ਆਵਹੁ ਚੰਦੂ ਮਿਲਹੁ, ਲਿਹੁ ਗੁਰ ਤਾ ਗਾਦੀ। ਹਾਂਜੀ। ਜਿਉ ਕਿਉ ਅਰਜਨ ਕੋ ਹਤ ਹੋ, ਪੁਨ ਕੀ ਜਹ ਸ਼ਾਦੀ। ਵੇਖ ਲੋ ਕਮਾਲ ਦੀ ਗੱਲ, ਵੈਰ ਨਹੀਂ ਜਾਂਦਾ ਅੰਦਰੋਂ ਜੀ। ਪ੍ਰੇਮ ਨਾਲ ਆਖੋ ਵਾਹਿਗੁਰੂ। ਵਾਹਿਗੁਰੂ। ਸੰਗਤ ਜੀ, ਇਹ ਵੀ ਜਿਵੇਂ ਡਿਊਟੀਆਂ ਲੱਗੀਆਂ, ਜਿਵੇਂ ਮਹਾਰਾਜ ਨੇ ਖੇਡ ਬਣਾਈ ਹੈ, ਤੇ ਗੁਰੂ ਰਾਮਦਾਸ ਜੀ ਦੇ ਪੁੱਤਰ ਹੀ ਨੇ ਨਾ, ਸਿੱਖਿਆ ਹੀ ਮਿਲਦੀ ਹੈ ਸਾਨੂੰ। ਦਰਦ ਹੋ ਰਹੀ ਹੈ, ਸਰੀਰ ਛੱਡਣ ਲੱਗੇ ਹੈ, ਤੇ ਆਪਣੇ ਸਿੱਖਾਂ ਨੂੰ ਕਹਿਣ ਲੱਗੇ, ਮੇਰੇ ਪੁੱਤਰ ਨੂੰ ਕਿਉਂ ਚੰਦੂ ਨੂੰ ਜਾ ਕੇ ਮਿਲੇ, ਤੇ ਉਹਦੇ ਕੋਲੋਂ ਗੁਰਤਾ ਗੱਦੀ ਲਵੇ ਜੀ। ਚੰਦੂ ਗੁਰੂ ਹੈ, ਦੱਸੋ, ਜਿਹਦੇ ਕੋਲ ਗੁਰਤਾ ਗੱਦੀ ਮਿਲਣੀ ਹੈ। ਚੰਦੂ ਨੂੰ ਕਹੋ ਵੀ ਗੁਰਤਾ ਗੱਦੀ ਮੈਨੂੰ ਦਿਵਾਉਣੀ ਹੈ, ਚੰਦੂ ਕੋਲੋਂ ਗੁਰਤਾ ਗੱਦੀ ਲਵੇ, ਤੇ ਜਿਵੇਂ ਕਿਵੇਂ ਨਹੀਂ ਹੈ, ਗੁਰੂ ਅਰਜਨ ਦੇਵ ਜੀ ਨੂੰ ਮਾਰੇ, ਤੇ ਵਿਆਹ ਜ਼ਰੂਰ ਕਰਾਵੇ। ਤੇ ਕਮਾਲ ਦੀ ਗੱਲ ਹੈ, ਖੁਦ ਸਰੀਰ ਛੱਡਣ ਦੇ ਆ, ਫਿਰ ਵੀ ਮਨ 'ਚ ਉਹੋ ਹੀ ਗੱਲਾਂ ਚੱਲ ਰਹੀਆਂ ਜੀ। ਹਾਂਜੀ। ਪੁਰਹੁ ਕਾਮ ਨਾ ਆਏ ਕਰ, ਸਭ ਬਨਿਓ ਬਨਾਊ। ਹਾਂਜੀ। ਬੈਰ ਸੰਭਾਰੋ ਆਪਨੋ, ਨਹਿ ਕਰਹੁ ਬਲਾਊ। ਵੇਖ ਲਓ, ਗੱਜ ਕੇ ਆਖੋ ਵਾਹਿਗੁਰੂ। ਕਹਿਣ ਲੱਗੇ, ਮੇਰੇ ਪੁੱਤਰ ਨੂੰ ਕਿਉਂ ਤੇਰੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ, ਪਰ ਵੈਰ ਨਹੀਂ ਛੱਡਣਾ, ਵੈਰ ਕਰਨਾ ਉਹਨਾਂ ਦੇ ਨਾਲ। ਵੇਖੋ ਸਿੱਖਿਆ, ਵੇਖੋ ਕਿੱਡੀ ਮਹਾਨ ਦੇ ਰਹੇ ਹੈ ਜੀ। ਹਾਂਜੀ। ਇਮ ਕਹਿ ਧਰਨੀ ਪਰ ਪਰਿਓ, ਵਿਆਕੁਲ ਵੱਡ ਹੋਵਾ। ਇਹ ਕਹਿ ਕੇ ਧਰਤੀ ਤੇ ਲੰਮੇ ਪੈ ਗਏ, ਤੇ ਦਰਦ ਨਾਲ ਤੜਪਣ ਲੱਗ ਪਏ ਜੀ। ਹਾਂਜੀ। ਬੋਲ ਬੰਦ ਅੰਮ੍ਰਿਤ ਚਿੰਨ ਪੇ, ਸਭ ਸੰਗਨ ਜੋਵਾ। ਤੇ ਸਾਧ ਸੰਗਤ ਜੀ, ਬੋਲ ਬੰਦ ਮ੍ਰਿਤ ਚਿੰਨ ਭੇ, ਸਭ ਸੰਗਨ ਜੋਵਾ। ਬਾਬਾ ਜੀ ਬੋਲਣੋਂ ਬੰਦ ਹੋ ਗਏ, ਸਰੀਰ ਹਿੱਲਣੋਂ ਬੰਦ ਹੋ ਗਿਆ, ਤੇ ਬਾਬਾ ਜੀ ਦਾ ਸਰੀਰ ਛੁੱਟ ਗਿਆ ਜੀ। ਸੇਵਕਾਂ ਨੇ ਵੇਖਿਆ ਵੀ ਬਾਬਾ ਪ੍ਰਿਥੀਆ ਜੀ ਸਰੀਰ ਛੱਡ ਗਏ ਜੀ। ਅਜੇ ਥੋੜ੍ਹੇ ਦਿਨ ਪਹਿਲਾਂ ਵਿਚਲੇ ਭਰਾ ਬਾਬਾ ਮਹਾਦੇਵ ਜੀ ਦਾ ਸੁਣਿਆ ਜੀ, ਕਿਵੇਂ ਸਭ ਨੂੰ ਦੱਸਿਆ, ਬਾਬਾ ਬੁੱਢਾ ਜੀ ਲਾਗੇ, ਭਾਈ ਗੁਰਦਾਸ ਜੀ ਲਾਗੇ, ਸਾਰਿਆਂ ਦੇ ਵਿੱਚ ਸਰੀਰ ਛੱਡਿਆ ਜੀ। ਹਾਂਜੀ।
ਤੇ ਇਹ ਵੇਖ ਲਓ ਕਿਵੇਂ ਦੁਖੀ ਹੋ ਕੇ ਸਰੀਰ ਤਿਆਗਿਆ ਜੀ। ਹਾਂਜੀ। ਰਹੇ ਬੁਲਾਵਤ ਦਾਸ ਜਨ ਨਿਕਸੇ ਤਨ ਪ੍ਰਾਨਾ। ਸੇਵਕ ਬੁਲਾਉਂਦੇ ਰਹੇ ਬਾਬਾ ਜੀ ਉੱਠੋ, ਬਾਬਾ ਜੀ ਉੱਠੋ, ਪਰ ਬਾਬਾ ਜੀ ਵਿੱਚੋਂ ਪ੍ਰਾਣ ਨਿਕਲ ਗਏ ਜੀ। ਹਾਂਜੀ। ਚਿਤਵਤ ਗੁਰ ਸੰਗ ਬੈਰ ਕੋ ਪਰ ਲੋਕ ਪਿਆਨਾ। ਬਸ ਮੰਦਾ ਚਿਤਵਤ ਪਚਿਆ। ਸਾਧ ਸੰਗਤ ਜੀ ਮਹਾਰਾਜ ਨਾਲ ਵੈਰ ਚਿਤਵਦੇ ਹੋਏ ਹੀ ਪਰਲੋਕ ਚਲੇ ਗਏ ਜੀ। ਕੱਲ ਪਰਸੋਂ ਅਸੀਂ ਕਿਸੇ ਗੁਰਮੁਖ ਲਾਗੇ ਬੈਠੇ, ਉਹ ਵੈਸੇ ਹੀ ਬੈਠੇ ਸੀ ਸਾਰੇ ਸੰਗਤ, ਉਹ ਗੱਲਾਂ ਕਰਨ ਲੱਗ ਪਏ। ਕਹਿੰਦੇ ਇੱਕ ਕੰਮ ਨਾ ਮੇਰੇ ਉਸਤਾਦ ਜੀ ਨੇ ਕਿਹਾ ਸੀ, ਕਹਿੰਦੇ 300 ਤੋਂ ਵੱਧ ਪਾਠ ਚੌਪਈ ਸਾਹਿਬ ਦੇ ਮੇਰੇ ਉਸਤਾਦ ਜੀ ਰੋਜ਼ ਕਰਦੇ ਹੁੰਦੇ ਸੀਗੇ। ਤੇ ਕਹਿੰਦੇ ਉਹ ਕਹਿੰਦੇ ਸੀਗੇ ਵੀ ਦਿਨੇ ਜਿੰਨਾ ਮਰਜ਼ੀ ਕਿਸੇ ਨਾਲ ਵੈਰ ਕਰੋ, ਪੂਰੀ ਡਾਂਗ ਨਾਲ ਡਾਂਗ ਖੜਕਾਓ, ਪਰ ਰਾਤ ਸੌਣ ਲੱਗਿਆਂ ਕਿਹਾ ਕਰੋ ਵੀ ਮਾਲਕਾ ਸਭ ਦਾ ਭਲਾ ਕਰੀ। ਮੈਂ ਕਿਹਾ ਜੀ ਇਹ ਕਿਉਂ? ਕਹਿੰਦੇ ਉਹਦਾ ਕਾਰਨ ਇਹ ਹੈ ਵੀ ਜੇ ਕਿਤੇ ਸੁੱਤਿਆਂ ਹੀ ਸੌਂ ਗਿਆ ਤੇ ਅੰਦਰ ਵੈਰ ਚੱਲਦਾ ਹੋਇਆ ਤੇ ਜਨਮ ਮਰਨ ਦਾ ਚੱਕਰ ਪੈ ਜਾਣਾ। ਹੁਣ ਬਾਬਾ ਜੀ ਸਰੀਰ ਛੱਡਣ ਲੱਗੇ ਜੀ, ਪਰ ਅੰਦਰੋਂ ਵੈਰ ਨਹੀਂ ਛੱਡਿਆ ਜੀ। ਹਾਂਜੀ। ਰੁਦਤ ਸਕਲ ਬੈਠੇ ਨਿਕਟ ਸੋ ਰਾਤ ਬਿਤਾਈ। ਸੇਵਕਾਂ ਵਿਚਾਰਿਆਂ ਰੋਣਾ ਹੀ ਸੀਗਾ ਜੀ, ਉਹ ਲਾਗੇ ਬਹਿ ਕੇ ਰੋਂਦੇ ਰਹੇ, ਰਾਤ ਸਾਰੀ ਇਸ ਤਰ੍ਹਾਂ ਗੁਜ਼ਾਰੀ ਨਹੀਂ ਉਹਨਾਂ ਨੇ। ਭਈ ਪ੍ਰਭਾਤ ਉਠਾਏ ਕੈ ਬੜ ਚਿਖਾ ਬਨਾਈ। ਦਿਨ ਚੜਿਆ, ਉਠਾਇਆ, ਚਿਖਾ ਬਣਾਈ ਹੈ ਵੱਡੀ ਜੀ। ਹਾਂਜੀ। ਉਪਰ ਧਰ ਕਰ ਛਾਰ ਕਰ ਰੋਏ ਸਮੁਦਾਏ। ਤੇ ਉੱਤੇ ਚਿਖਾ ਦੇ ਉੱਤੇ ਰੱਖ ਕੇ ਸਰੀਰ ਨੂੰ ਲਾਂਬੂ ਲਾ ਦਿੱਤਾ। ਸੇਵਕ ਰੋਂਦੇ ਹੈ ਜੀ। ਬਾਬਾ ਮਿਹਰਬਾਨ ਵੀ ਨਹੀਂ ਦਰਸ਼ਨ ਕਰ ਸਕਿਆ ਤੇ ਬੀਬੀ ਕਰਮੋ ਵੀ ਨਹੀਂ ਦਰਸ਼ਨ ਕਰ ਸਕੀ ਜੀ। ਹਾਂਜੀ। ਅਸਤ ਬੀਨ ਦਿਨ ਤੀਨ ਮੈਂ ਹਟ ਪਾਛ ਸਿਧਾਏ। ਅਸਤ ਬੀਨ ਦਿਨ ਤੀਨ ਮੈਂ, 3 ਦਿਨਾਂ ਵਿੱਚ ਅਸਤੀਆਂ ਚੁਣ ਕੇ ਤੇ ਪਿੱਛੇ ਵਾਪਸ ਆਏ ਜੀ। ਹਾਂਜੀ। ਇੱਕ ਸਿੱਖ ਕੋਠੇ ਕੋ ਗਇਓ ਪੂਰਬ ਸੁਧ ਦੈਬੇ। ਇੱਕ ਸਿੱਖ ਕੋਠੇ ਪਿੰਡ ਵਿੱਚ ਗਿਆ ਤੇ ਜਾ ਕੇ ਖਬਰ ਦਿੱਤੀ, ਸੁਨ ਮਰਨੋ ਸੁਤ ਭਾਰ ਜਾ ਬੜ ਕੂਕ ਕਰੈਬੇ। ਤੇ ਬਾਬੇ ਪ੍ਰਿਥੀਏ ਜੀ ਦੀ ਪਤਨੀ ਬੀਬੀ ਕਰਮੋ ਜੀ ਨੇ ਸੁਣਿਆ ਵੀ ਮੇਰੇ ਸਿਰ ਦਾ ਸਾਈਂ ਚਾਲਾ ਮਾਰ ਗਿਆ ਹੈ। ਬਹੁਤ ਰੋਈ ਹੈ, ਬੜਾ ਬੈਰਾਗ ਕੀਤਾ ਹੈ। ਉਹ ਤੇ ਉਦੋਂ ਹੀ ਸੋਚਦੀ ਸੀ ਵੀ ਨਹੀਂ ਜਾਣਾ ਚਾਹੀਦਾ, ਮਨ ਨੂੰ ਚੰਗਾ ਨਹੀਂ ਸੀ ਲੱਗਦਾ, ਪਰ ਬਾਬਾ ਪ੍ਰਿਥੀਆ ਜੀ ਨਹੀਂ ਟਲੇ ਸਾਧ ਸੰਗਤ ਜੀ। ਅੱਛਾ ਇਹ ਵੀ ਵੇਖ ਲਓ, ਅੱਜ ਤੋਂ ਬਾਅਦ ਸਾਗ ਦਹੀਂ ਤੇ ਚੌਲ ਇਕੱਠੇ ਨਾ ਖਾ ਬੈਠੇ ਹੋ ਜੀ। ਗੱਜ ਕੇ ਆਖੋ ਵਾਹਿਗੁਰੂ। ਵੇਖ ਲਓ ਬਾਬਾ ਜੀ ਨੇ ਰਲਾ ਕੇ ਖਾਧੇ ਜੀ, ਤੇ ਗਲੇ ਤੱਕ ਖਾਧੇ ਤੇ ਹੈਜਾ ਹੋ ਗਿਆ ਜੀ। ਸਵਾਦ ਵਿੱਚ ਹੀ ਬੰਦਾ ਐਵੇਂ ਬੜਾ ਕੁਝ ਖਾ ਪੈਂਦਾ ਤੇ ਫਿਰ ਕੰਮ ਖਰਾਬ ਹੁੰਦਾ ਹੈ ਜੀ। ਹਾਂਜੀ। ਹਾਏ ਹਾਏ ਕਰ ਰੁਦਤ ਹੈ ਨਹਿ ਸਦਿਓ ਸਰੀਕਾ। ਹਾਂਜੀ। ਹੇ ਪਤ ਪੂਰਬ ਹੀ ਮਰਿਓ ਇਹ ਕੀਓ ਨਾਨੀਕਾ। ਹਾਂਜੀ। ਮਿਹਰਬਾਨ ਸੁਤ ਕੀ ਖਬਰ ਕਰ ਲੈ ਹੈ ਆਈ। ਹਾਂਜੀ। ਬਦਨ ਮਰਤ ਹਮ ਨੈ ਪਿਖਿਓ ਬਿਦ ਕਹਾਂ ਬਨਾਈ। ਫਿਰ ਤੁਹਾਨੂੰ ਪਤਾ ਹੈ ਬੀਬੀਆਂ ਜਿਹੋ ਜੀਆਂ ਗੱਲਾਂ ਕਰਦੀਆਂ ਹੁੰਦੀਆਂ ਵੀ ਤੁਸੀਂ ਮਰਨ ਲੱਗਿਆਂ ਹੀ ਤੁਹਾਡਾ ਮੂੰਹ ਵੀ ਨਹੀਂ ਵੇਖ ਸਕੇ, ਮਰਨ ਲੱਗਿਆਂ ਤੇ ਛੱਡੋ, ਮਰਿਆ ਹੋਇਆਂ ਦਾ ਵੀ ਮੁੱਖ ਨਹੀਂ ਵੇਖ ਸਕੇ ਜੀ। ਅਸੀਂ ਤੇ ਸਰੀਰ ਛੱਡੇ ਹੋਏ ਦਾ ਵੀ ਤੁਹਾਡਾ ਮੁੱਖ ਨਹੀਂ ਵੇਖ ਸਕੇ, ਤੁਹਾਡੇ ਪੁੱਤਰ ਦੀ ਖਬਰਸਾਰ ਕੌਣ ਲਏਗਾ? ਇਹੋ ਜੀਆਂ ਗੱਲਾਂ ਕਰਨ ਦਈ ਹੈ ਬੀਬੀ ਕਰਮੋ। ਪਰ ਬਾਬਾ ਮਿਹਰਬਾਨ ਗੁਰੂ ਰਾਮਦਾਸ ਜੀ ਦਾ ਪੋਤਰਾ ਹੈ, ਵੱਡਾ ਪੋਤਰਾ ਹੈ। ਪਰ ਜਦੋਂ ਕੋਈ ਇਹੋ ਜਿਹੀਆਂ ਗੱਲਾਂ ਕਰਨ ਲੱਗ ਪਏ ਫਿਰ ਦੂਰੀ ਵੱਧ ਜਾਂਦੀ ਹੈ, ਦੂਰੀ ਵੱਧ ਜਾਂਦੀ ਹੈ। ਦੂਰ ਹੁੰਦਿਆਂ ਬੰਦਾ ਬਹੁਤ ਦੂਰ ਹੋ ਜਾਂਦਾ ਹੈ ਜੀ। ਸੋ ਬਾਬਾ ਮਿਹਰਬਾਨ ਵੀ ਬੜਾ ਵੈਰਾਗ ਕਰਦੇ ਆ ਤੇ 4 ਗੁਰੂ ਸਾਹਿਬਾਂ ਦੀ ਬਾਣੀ ਦਾ ਪਾਠ ਕੀਤਾ ਜੀ। 5ਵੇਂ ਤੋਂ ਆਪ ਹੀ ਨਾ ਜੀ ਆਪਣੇ ਆਪ ਨੂੰ ਮੰਨਦੇ ਸੀਗੇ ਜੀ। 4 ਗੁਰੂਆਂ ਦੀ ਬਾਣੀ ਦਾ ਪਾਠ ਕੀਤਾ ਜੀ। ਕੁਝ ਦਿਨਾਂ ਬਾਅਦ ਭੋਗ ਪਾਇਆ ਗਿਆ ਤੇ ਬਹੁਤ ਜ਼ਿਆਦਾ ਬਾਬਾ ਜੀ ਹੋਣਾ ਦੇ ਘਰਦਿਆਂ ਨੇ ਵੈਰਾਗ ਕੀਤਾ ਜੀ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ ਵੈਰ ਹੀ ਇਹ ਸੀਗਾ ਵੀ ਮੈਂ ਗੁਰਤਾ ਗੱਦੀ ਲੈਣੀ ਹੈ। ਤੇ ਪਰ ਇਹ ਤੇ ਜਿਹਦੇ ਭਾਗਾਂ 'ਚ ਨਹੀਂ ਲਿਖੀ ਉਹਨੂੰ ਮਿਲੇਗੀ ਕਿਵੇਂ ਜੀ? ਤੁਰੇ ਤੇ ਇਹੋ ਹੀ ਸੀਗੇ ਘਰੋਂ ਕਹਿ ਕੇ ਵੀ ਮੈਂ ਗੁਰੂ ਬਣ ਜਾਣਾ ਜੀ।
ਹੁਣ ਅੱਗੋਂ ਜੋ ਹੋਏਗਾ ਸੰਗਤ ਜੀ ਉਹ ਆਪਾਂ ਅਗਲੇ ਦਿਨਾਂ ਨੂੰ ਸਰਵਣ ਕਰਾਂਗੇ। ਮੈਂ ਕੁਝ ਬਚਨ ਵਿੱਚੋਂ ਛੱਡ ਰਿਹਾ, ਉਹਦਾ ਕਾਰਨ ਇਹ ਆ ਵੀ ਬੀਬੀ ਕਰਮੋ ਜੀ, ਤੁਹਾਨੂੰ ਪਤਾ ਜਦੋਂ ਇਸਤਰੀਆਂ ਰੋਂਦੀਆਂ ਤਾਂ ਉਹ ਫਿਰ ਜਿਹੜੀਆਂ ਗੱਲਾਂ ਕਰਦੀਆਂ ਤੁਹਾਨੂੰ ਪਤਾ ਹੀ ਹੈ ਜੀ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਬਖਸ਼ਿਸ਼ ਕਰਨ, ਮਿਹਰ ਕਰਨ। ਸੰਗਤ ਜੀ ਗੁਰੂ ਸਾਹਿਬ ਅੱਗੇ ਅਰਦਾਸ ਕਰੋ, ਮਹਾਰਾਜ ਤੁਹਾਡੀ ਮਹਿਮਾ ਸਾਡੇ ਹਿਰਦੇ 'ਚ ਵਸੇ। ਕੀ ਵਸੇ? ਮਹਿਮਾ ਤੁਹਾਡੀ ਸਾਡੇ ਹਿਰਦੇ 'ਚ ਵਸੇ। ਜਿਹਦੇ ਹਿਰਦੇ 'ਚ ਗੁਰੂ ਦੀ ਮਹਿਮਾ ਵਸਦੀ ਹੈ ਉਹਦਾ ਤੇ ਪਾਰ ਉਤਾਰਾ ਹੁੰਦਾ ਜੀ। ਤੁਸੀਂ ਸੁਣੀ ਸਾਰੀ ਕਥਾ, ਬਾਬਾ ਮਹਾਦੇਵ ਜੀ ਦੇ ਹਿਰਦੇ 'ਚ ਗੁਰੂ ਅਰਜਨ ਦੇਵ ਜੀ ਦੀ ਮਹਿਮਾ ਵਸ ਗਈ ਜੀ। ਮੱਥਾ ਟੇਕਿਆ, ਮਹਾਰਾਜ ਕਹਿੰਦੇ ਨਾ ਨਾ ਭਰਾਤਾ ਜੀ, ਭਰਾ ਜੀ ਤੁਸੀਂ ਸਾਡੇ ਤੋਂ ਵੱਡੇ ਹੋ। ਬਾਬਾ ਮਹਾਦੇਵ ਕਹਿੰਦੇ ਨਹੀਂ, ਮੈਂ ਵੱਡਾ ਨਹੀਂ ਹੈਗਾ, ਮੈਂ ਛੋਟਾ ਹੀ ਹਾਂ। ਅੱਗੇ ਮੈਂ ਤੁਹਾਨੂੰ ਛੋਟਾ ਭਰਾ ਸਮਝਦਾ ਸਾਂ, ਅੱਜ ਤੁਹਾਨੂੰ ਗੁਰੂ ਨਾਨਕ ਦੇਵ ਜੀ ਸਮਝ ਕੇ ਮੱਥਾ ਟੇਕਿਆ। ਤੇ ਮਿਹਰ ਦੀ ਦ੍ਰਿਸ਼ਟੀ ਪਾ ਕੇ ਗੁਰੂ ਅਰਜਨ ਦੇਵ ਜੀ ਨੇ ਬਾਬਾ ਮਹਾਦੇਵ ਜੀ ਦੀ ਸਮਾਧੀ ਲਾਈ ਜੀ। 6-7 ਘੰਟੇ ਬਾਬਾ ਜੀ ਦੀ ਸਮਾਧੀ ਲੱਗੀ ਰਹੀ ਜੀ। ਤੇ ਆਪ ਦੱਸ ਕੇ ਲੰਮੇ ਪੈ ਕੇ ਇਸ਼ਨਾਨ, ਪਹਿਲਾਂ ਇਸ਼ਨਾਨ ਕੀਤਾ, ਫਿਰ ਲੰਮੇ ਪਏ, ਸਾਰਿਆਂ ਨੂੰ ਮਿਲ ਗਿਲ ਕੇ ਆਸ਼ੀਰਵਾਦ ਮੰਗ ਕੇ ਤੇ ਫਿਰ ਬਹੁਤ ਸੌਖਾ ਸਰੀਰ ਛੱਡਿਆ। ਕੋਈ ਦਰਦ ਵੀ ਨਹੀਂ ਹੋਈ ਸਰੀਰ ਛੱਡਣ ਲੱਗਿਆ ਜੀ। ਤੇ ਬਾਬਾ ਪ੍ਰਿਥੀਆ ਜੀ ਢਿੱਡ ਪੀੜ ਦੇ ਨਾਲ ਤੜਪਦੇ ਹੋਏ ਸਰੀਰ ਛੱਡ ਗਏ ਜੀ। ਇੱਥੋਂ ਸਿੱਖਿਆ ਚ ਪਿਤਾ ਇੱਕੋ ਹੀ ਹੈ, ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਪਰ ਬੰਦੇ ਦੇ ਅੰਦਰ ਦੇ ਖਿਆਲਾਤ ਜਿਹੋ ਜਿਹੇ ਚੱਲ ਜਾਂਦੇ ਆ, ਫਿਰ ਉਹੋ ਜਿਹੇ ਕਰਮ ਬਣ ਜਾਂਦੇ ਆ ਜੀ। ਸਤਿਗੁਰੂ ਜੀ ਸਾਡੇ ਸਾਰਿਆਂ ਤੇ ਮਿਹਰਾਂ ਕਰਨ। ਆਪਾਂ ਅਰਦਾਸ ਕਰਨੀ ਹੈ, ਸੱਚੇ ਪਾਤਸ਼ਾਹ ਤੁਹਾਡੇ ਗੁਣ ਗਾਇਆ ਕਰੀਏ। ਆਓ ਪੰਕਤੀ ਪੜ੍ਹ ਲਓ, ਫਿਰ ਦਾਸ ਖਿਮਾ ਮੰਗੇ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਗੱਜ ਕੇ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ, ਗੁਣ ਗਾਵਾਂ ਦਿਨ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ। ਜਿੰਨੇ ਆਪ ਜੀ ਬੈਠੇ ਹੋ ਸਾਰੇ ਅਰਦਾਸ ਕਰੋ, ਮਹਾਰਾਜ ਬਾਬੇ ਪ੍ਰਿਥੀਏ ਦੀ ਕਥਾ ਤੇ ਸੁਣੀ ਹੈ, ਪਰ ਮਹਾਰਾਜ ਤੁਹਾਡੇ ਗੁਣ ਗਾਇਆ ਕਰੀਏ। ਕਹੋ ਪ੍ਰੇਮ ਨਾਲ ਹੱਥ ਜੋੜ ਕੇ ਗੱਜ ਕੇ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ। ਸੱਚੇ ਪਾਤਸ਼ਾਹ ਮਿਹਰਾਂ ਕਰੋ, ਤੁਹਾਡੇ ਗੁਣ ਗਾਇਆ ਕਰੀਏ। ਇਹ ਸਾਡੇ ਤੇ ਮਿਹਰ ਕਰ ਦਿਓ, ਕਿਰਪਾ ਕਰ ਦਿਓ, ਬਖਸ਼ਿਸ਼ ਕਰ ਦਿਓ। ਤੇ ਅਗਲਾ ਪ੍ਰਸੰਗ ਆਪਾਂ ਕੱਲ ਨੂੰ ਸਰਵਣ ਕਰਾਂਗੇ। ਗੁਣ ਗਾਵਾ ਦਿਨ ਰਾਤ ਨਾਨਕ ਚਾਓ ਇਹੋ। ਸਤਿਗੁਰੂ ਜੀ ਮਿਹਰਾਂ ਕਰਨ, ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਸਤਿਕਾਰ ਨਾਲ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ